ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਸਿਹਤ ਮਾਮਲਿਆਂ ਨੂੰ ਲੈ ਕੇ ਅੱਜ ਇੱਕ ਵਾਰ ਫਿਰ ਅਸੀਂ ਆਏ ਹਾਂ ਵਿਸ਼ਵ ਪ੍ਰਸਿੱਧ ਡਾਕਟਰ ਅਮਰ ਸਿੰਘ ਆਜ਼ਾਦ ਹੋਣਾ ਕੋਲੇ ਤੇ ਅੱਜ ਦਾ ਵਿਸ਼ਾ ਰਹੇਗਾ UTI। ਅਕਸਰ ਸੁਣਨ 'ਚ ਮਿਲਦਾ ਸਾਡੀਆਂ ਮਾਵਾਂ ਭੈਣਾਂ ਬੱਚੀਆਂ ਨੂੰ UTI ਦੀ ਪ੍ਰੋਬਲਮ ਬੇਹੱਦ ਤੰਗ ਕਰਦੀ ਹੈ। ਕੀ ਹੈ UTI? ਕਿੱਦਾਂ ਇਹ ਇਨਸਾਨ ਦੇ ਸਰੀਰ ਦੇ ਵਿੱਚ ਪ੍ਰਵੇਸ਼ ਕਰ ਜਾਂਦੀ ਹੈ? ਕਿੱਦਾਂ ਇਸ ਦਾ ਇਲਾਜ ਕੀਤਾ ਜਾ ਸਕਦਾ ਹੈ? ਕਿਹੜੀਆਂ ਉਹ ਚੀਜ਼ਾਂ ਨੇ ਜਿਹੜੀਆਂ ਕਿ ਸਾਨੂੰ ਆਪਣੀਆਂ ਹੀ ਗਲਤੀਆਂ ਦੇ ਕਾਰਨ ਸਾਨੂੰ ਇਹ ਪ੍ਰੋਬਲਮਸ ਆਉਂਦੀਆਂ ਨੇ? ਇਸ ਸੰਬੰਧੀ ਅੱਜ ਡਾਕਟਰ ਅਮਰ ਸਿੰਘ ਆਜ਼ਾਦ ਹੋਣਾ ਤੋਂ ਆਪਾਂ ਜਾਣਕਾਰੀ ਲਵਾਂਗੇ। ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਤੇ ਬਹੁਤ ਬਹੁਤ ਸਵਾਗਤ ਹੈ। ਨਿਊਜ਼ ਏਸ਼ੀਆ ਦੇ ਸਾਰੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ, UTI ਸਭ ਤੋਂ ਪਹਿਲਾਂ ਤਾਂ ਨਾਮ ਤਾਂ ਬਹੁਤ ਸੁਣੀਦਾ, ਆਪਾਂ ਹਰੇਕ ਮਾਂ ਭੈਣ ਬੱਚੀ ਜਿਹੜੀ ਹੈ ਇਸ ਨੂੰ ਜਦੋਂ ਡਾਕਟਰ ਕੋਲ ਜਾਂਦੇ ਨੇ, ਉਹਨੂੰ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਉਹ ਕਹਿੰਦੇ ਨੇ ਵੀ ਤੁਹਾਨੂੰ UTI ਹੈਗੀ ਹੈ। ਅਸਲ ਦੇ ਵਿੱਚ UTI ਹੁੰਦੀ ਕੀ ਹੈ ਤੇ ਇਹ ਕਿਵੇਂ ਜਿਹੜੀਆਂ ਲੇਡੀਜ਼ ਦੇ ਸਰੀਰ ਦੇ ਵਿੱਚ ਪ੍ਰਵੇਸ਼ ਕਰ ਜਾਂਦੀ? ਕੀ ਲੇਡੀਜ਼ ਨੂੰ ਹੀ ਹੁੰਦੀ ਹੈ ਜਾਂ ਫਿਰ ਇਹ ਜੈਂਟਸ ਨੂੰ ਵੀ ਹੁੰਦੀ ਹੈ? ਕੁਲਵੰਤ ਜੀ, ਜਿਹੜੀ UTI ਦਾ ਮਤਲਬ ਯੂਰਿਨਰੀ ਟਰੈਕਟ ਇਨਫੈਕਸ਼ਨ, ਯਾਨੀ ਕਿ ਗੁਰਦਿਆਂ ਤੋਂ ਲੈ ਕੇ ਬਾਹਰ ਜਿੱਥੋਂ ਪਿਸ਼ਾਬ ਨਿਕਲਦਾ ਹੈ ਉੱਥੋਂ ਤੱਕ ਜਿੰਨਾ ਰਸਤਾ ਹੈ ਸਾਰਾ, ਉਹਦੀ ਇਨਫੈਕਸ਼ਨ ਨੂੰ ਅਸੀਂ ਕਹਿੰਦੇ ਯੂਰਿਨਰੀ ਟਰੈਕਟ ਇਨਫੈਕਸ਼ਨ, ਯਾਨੀ ਕਿ ਗੁਰਦਿਆਂ ਦੀ ਇਨਫੈਕਸ਼ਨ। ਆਮ ਭਾਸ਼ਾ 'ਚ ਆਪਾਂ ਕਹਿ ਦਿੰਦੇ ਹਾਂ ਵੀ ਗੁਰਦਿਆਂ ਦੀ ਇਨਫੈਕਸ਼ਨ। ਗੁਰਦਿਆਂ ਦੀ ਇਨਫੈਕਸ਼ਨ ਦਾ ਮਤਲਬ ਹੈ ਕਿ ਉਹਦੇ ਅੰਦਰ ਬੈਕਟੀਰੀਆ ਜਿਹੜੇ ਨੇ ਉਹ ਗਰੋ ਕਰ ਗਏ ਆ ਅਤੇ ਉਹਨੂੰ ਉਹ ਬਿਮਾਰ ਕਰ ਰਹੇ ਆ ਜਾਂ ਉਹਨੂੰ ਡੈਮੇਜ ਕਰ ਰਹੇ ਆ ਜਾਂ ਉਹਨੂੰ ਨੁਕਸਾਨ ਪਹੁੰਚਾ ਰਹੇ ਆ। ਇੱਕ ਗੱਲ ਸਾਨੂੰ ਬਹੁਤ ਸਪਸ਼ਟ ਰੂਪ 'ਚ ਸਮਝ ਲੈਣੀ ਚਾਹੀਦੀ ਹੈ ਕਿ ਬੈਕਟੀਰੀਆ ਕੋਈ ਜ਼ਰੂਰੀ ਨਹੀਂ ਬਾਹਰੋਂ ਆਉਣ, ਬਾਹਰੋਂ ਵੀ ਆਉਂਦੇ ਆ, ਲੇਕਿਨ ਜ਼ਰੂਰੀ ਨਹੀਂ ਬਾਹਰੋਂ ਆਉਣ। ਬੈਕਟੀਰੀਆ ਸਾਡੇ ਸਰੀਰ 'ਚ, ਸਾਡੇ ਖੂਨ 'ਚ ਘੁੰਮਦੇ ਫਿਰਦੇ ਰਹਿੰਦੇ, ਸਾਡੇ ਗੁਰਦਿਆਂ 'ਚ ਵੀ ਜਾਂਦੇ ਰਹਿੰਦੇ ਆ। ਲੇਕਿਨ ਜੇ ਸਾਡਾ ਸਰੀਰ ਤੰਦਰੁਸਤ ਹੈ, ਸਾਡੇ ਗੁਰਦੇ ਤੰਦਰੁਸਤ ਨੇ, ਤਾਂ ਉਹਨੂੰ ਉਹ ਬਿਮਾਰੀ ਦਾ ਰੂਪ ਨਹੀਂ ਲੈਣ ਦਿੰਦੇ। ਸੋ ਇਸ ਕਰਕੇ ਇਨਫੈਕਸ਼ਨ ਬਾਰੇ ਬਹੁਤ ਸਨਕੀ ਹੋਣਾ ਜਿਹੜਾ ਹੈ ਉਹ ਅੱਜ ਵਿਗਿਆਨ ਨੇ ਸਿੱਧ ਕਰਤਾ ਕਿ ਉਹਦੀ ਲੋੜ ਨਹੀਂ ਹੈ ਕੋਈ। ਕਿਉਂਕਿ ਅੱਜ ਤਾਂ ਹੁਣ ਕਹਿਣ ਲੱਗੇ ਵੀ ਮਿੱਟੀ 'ਚ ਖੇਡੋ, ਜੇ ਤੁਸੀਂ ਬਹੁਤ ਜ਼ਿਆਦਾ ਆਪਣੇ ਆਪ ਨੂੰ ਇਨਫੈਕਸ਼ਨ ਤੋਂ ਬਚਾ ਕੇ ਰੱਖੋਗੇ ਤਾਂ ਉਲਟਾ ਆਪਣੀ ਇਮਿਊਨਿਟੀ ਜਿਹੜੀ ਤੁਹਾਡੀ ਹੈ ਉਹ ਨਹੀਂ ਬਣੇਗੀ। ਕਿਉਂਕਿ ਜਿਹੜੀ ਲੋ ਡੋਜ਼ ਜਿਹੜੀ ਐਕਸਪੋਜਰ ਹੈ, ਲੋ ਡੋਜ਼ ਬੈਕਟੀਰੀਆ ਸਾਡੇ ਅੰਦਰ ਜਾਂਦੇ ਰਹਿਣ ਅਤੇ ਸਾਡੀ ਇਮਿਊਨਿਟੀ ਨੂੰ ਬੂਸਟ ਕਰਦੇ ਰਹਿਣ, ਸਾਡਾ ਉਹ ਟੀਕਾਕਰਨ ਕਰਦੇ ਰਹਿੰਦੇ ਆ ਲਗਾਤਾਰ। ਸੋ ਇਸ ਕਰਕੇ ਪਹਿਲੀ ਗੱਲ ਤਾਂ ਇਹ ਸਰੋਤਿਆਂ ਨਾਲ ਸਾਂਝੀ ਕਰਨੀ ਜ਼ਰੂਰੀ ਹੈ ਕਿ ਇਨਫੈਕਸ਼ਨ ਪ੍ਰਤੀ ਸਨਕੀ ਹੋਣ ਨਾਲੋਂ ਇਮਿਊਨਿਟੀ ਪ੍ਰਤੀ ਸਨਕੀ ਹੋਣਾ ਚਾਹੀਦਾ। ਕਿ ਅਗਰ ਮੇਰਾ ਸਰੀਰ ਤੰਦਰੁਸਤ ਹੈ, ਅਗਰ ਮੇਰੀ ਇਮਿਊਨਿਟੀ ਕੰਢੇ 'ਤੇ ਹੈ, ਪੂਰੀ ਪ੍ਰਚੰਡ ਹੈ, ਤਾਂ ਮੈਨੂੰ ਕੋਈ ਇਨਫੈਕਸ਼ਨ ਨਹੀਂ ਹੋ ਸਕਦੀ, ਚਾਹੇ ਉਹ ਕਰੋਨਾ ਅਤੇ ਚਾਹੇ UTI ਹੈ। ਸੋ ਇੱਕ ਗੱਲ ਤਾਂ ਇਹ ਗੱਲ ਜਾਣਨੀ ਬਹੁਤ ਜ਼ਰੂਰੀ ਹੈ। ਦੂਜਾ ਜਿਹੜਾ ਤੁਸੀਂ ਸਵਾਲ ਪੁੱਛਿਆ ਸੀ ਕਿ ਲੇਡੀਜ਼ 'ਚ ਜ਼ਿਆਦਾ ਹੁੰਦੀ ਹੈ ਕਿ ਜੈਂਟਸ 'ਚ, ਲੇਡੀਜ਼ 'ਚ ਜ਼ਿਆਦਾ ਹੁੰਦੀ ਹੈ। ਕਿਉਂਕਿ ਲੇਡੀਜ਼ ਦਾ ਜਿਹੜਾ ਸਿਸਟਮ ਹੈ, ਜਿਹੜਾ ਸਾਰਾ ਰਿਪਰੋਡਕਟਿਵ ਸਿਸਟਮ ਦੇ ਨਾਲ ਉਹਦੇ ਇਹ ਪਿਸ਼ਾਬ ਵਾਲਾ ਸਿਸਟਮ ਹੈ, ਉਹ ਬਾਹਰ ਨਾਲ ਜਿਹੜਾ ਜੁੜਦਾ ਹੈ ਤਾਂ ਉਹਦਾ ਰਸਤਾ ਜਿਹੜਾ ਹੈ ਉਹ ਰਿਲੇਟਿਵਲੀ ਬਹੁਤ ਛੋਟਾ ਹੈ ਔਰ ਬਹੁਤ ਓਪਨ ਕਿਸਮ ਦਾ, ਔਰ ਉਹਨਾਂ ਦੀ ਸੁਭਾਅ ਇੱਦਾਂ ਦਾ ਕਿ ਉਹਦੇ 'ਚ ਇਨਫੈਕਸ਼ਨ ਬਾਹਰੋਂ ਜਾਣ ਦੇ ਚਾਂਸ ਜ਼ਿਆਦਾ ਨੇ। ਸੋ ਇਸ ਕਰਕੇ ਜੈਂਟਸ ਨੂੰ ਹੋਣ ਦੀ ਬਜਾਏ ਲੇਡੀਜ਼ ਨੂੰ ਜ਼ਿਆਦਾ ਹੁੰਦੀ ਹੈ। ਲੇਕਿਨ ਜੈਂਟਸ ਨੂੰ ਵੀ ਹੁੰਦੀ ਹੈ, ਕੋਈ ਐਸੀ ਗੱਲ ਨਹੀਂ ਕਿ ਲੇਡੀਜ਼ ਨੂੰ ਹੁੰਦੀ ਹੈ, ਜੈਂਟਸ ਨੂੰ ਵੀ ਹੁੰਦੀ ਹੈ, ਬੱਚਿਆਂ ਨੂੰ ਵੀ ਹੁੰਦੀ ਹੈ, ਸਭ ਨੂੰ ਹੁੰਦੀ ਹੈ। ਤਾਂ ਯੂਰਿਨਰੀ ਟਰੈਕਟ ਇਨਫੈਕਸ਼ਨ ਜਿਹੜੀ ਹੈ ਸਭ ਨੂੰ ਹੁੰਦੀ ਹੈ, ਸਾਰਿਆਂ ਨੂੰ ਹੁੰਦੀ ਹੈ। ਬੈਕਟੀਰੀਆ ਦੇ ਕਾਰਨ ਨੇ ਆਮ ਤੌਰ 'ਤੇ, ਔਰ ਇਹ ਬੈਕਟੀਰੀਆ ਮੋਸਟਲੀ ਜਿਹੜੇ ਹੁੰਦੇ ਆ, ਕੋਈ ਜ਼ਰੂਰੀ ਵੀ ਨਹੀਂ ਵੀ ਬਾਹਰੋਂ ਹੀ ਕਿਤੇ ਆਉਣ। ਸਾਡੀਆਂ ਅੰਦਰੀਆਂ ਜਿਹੜੇ ਬੈਕਟੀਰੀਆ ਹੁੰਦੇ ਨੇ, ਜਦੋਂ ਅਸੀਂ ਲੈਟਰਿਨ ਕਰਦੇ ਹਾਂ ਤਾਂ ਹੱਥ ਧੋਂਦੇ ਹਾਂ ਤਾਂ ਉਦੋਂ ਸਾਡਾ ਜਿਹੜਾ ਉੱਥੇ ਥੋੜ੍ਹੀ ਬਹੁਤੀ ਸੋਇਲਿੰਗ ਰਹਿ ਜਾਂਦੀ ਹੈ, ਥੋੜ੍ਹਾ ਬਹੁਤਾ ਗੰਦਗੀ ਲੱਗੀ ਰਹਿ ਜਾਂਦੀ ਹੈ। ਤਾਂ ਫੀਮੇਲ 'ਚ ਕਿਉਂਕਿ ਉਹ ਸਿਸਟਮ ਇੱਦਾਂ ਦਾ ਕਿ ਉਹ ਗੰਦਗੀ ਜਿਹੜੀ ਥੋੜ੍ਹੀ ਬਹੁਤੀ ਲੱਗੀ ਰਹਿ ਜਾਂਦੀ ਹੈ, ਉਹਦੇ ਤੋਂ ਜਿਹੜੇ ਅੰਤਰੀਆਂ ਦੇ ਨਾਰਮਲ ਬੈਕਟੀਰੀਆ ਨੇ, ਉਹ ਅਗਰ ਪਿਸ਼ਾਬ ਦੇ ਸਿਸਟਮ 'ਚ ਐਂਟਰ ਹੋ ਜਾਣ ਤਾਂ ਉਹ ਬਿਮਾਰੀ ਦਾ ਰੂਪ ਲੈ ਜਾਂਦੇ ਕਈ ਵਾਰੀ। ਤਾਂ ਇਸ ਕਰਕੇ ਜਿਹੜੀ ਇਨਫੈਕਸ਼ਨ ਹੈ, ਇਹਨੂੰ ਇੱਦਾਂ ਸੋਚਣਾ ਕਿ ਬਹੁਤ ਬਾਹਰੋਂ ਆ ਗਈ, ਐਸੀ ਗੱਲ ਨਹੀਂ। ਲੇਕਿਨ ਯੂਰਿਨਰੀ ਟਰੈਕਟ ਇਨਫੈਕਸ਼ਨ ਵਾਕਈ ਬਹੁਤ ਗੰਭੀਰ ਬਿਮਾਰੀ ਹੈ। ਤੁਸੀਂ ਵਿਸ਼ਾ ਬਹੁਤ ਵਧੀਆ ਲਿੱਤਾ, ਕਿਉਂਕਿ ਇਹ ਜਿੱਥੇ ਗੰਭੀਰ ਬਿਮਾਰੀ ਹੈ ਉੱਥੇ ਨਾਲ ਦੀ ਨਾਲ ਜਿਹੜਾ ਦੂਜਾ ਇਹਦੇ 'ਚ ਦਿੱਕਤ ਹੈ ਕਿ ਜਿਹੜਾ ਮਾਡਰਨ ਮੈਡੀਕਲ ਸਿਸਟਮ ਹੈ ਉਹ ਇਹਨੂੰ ਐਂਟੀਬਾਇਓਟਿਕਸ ਨਾਲ ਡੀਲ ਕਰਦਾ। ਉਹ ਐਂਟੀਬਾਇਓਟਿਕਸ ਦਿੰਦੇ ਆ, ਇੱਕ ਵਾਰੀ ਐਂਟੀਬਾਇਓਟਿਕਸ ਦਿੱਤੇ, ਉਹਦੇ ਨਾਲ ਠੀਕ ਹੋ ਗਿਆ। ਅਸੀਂ ਇਹਨੂੰ ਡਾਇਗਨੋਸ ਕਰਨ ਲਈ ਅਸੀਂ ਦੋ ਚੀਜ਼ਾਂ ਵਰਤਦੇ ਹਾਂ। ਇੱਕ ਤਾਂ ਵਰਤਦੇ ਹਾਂ ਯੂਰਿਨ ਕੰਪਲੀਟ ਐਗਜ਼ਾਮੀਨੇਸ਼ਨ, ਜਿਹਦੇ ਅਸੀਂ ਪਸ ਸੈੱਲ ਦੇਖਦੇ ਹਾਂ ਕਿ ਪਸ ਸੈੱਲਸ ਆ ਰਹੇ ਕਿ ਨਹੀਂ ਆ ਰਹੇ, ਬੈਕਟੀਰੀਆ ਆ ਰਹੇ ਕਿ ਨਹੀਂ ਆ ਰਹੇ, ਉਹਦੇ ਐਪੀਥੀਲੀਅਲ ਸੈੱਲਸ ਆ ਰਹੇ ਕਿ ਨਹੀਂ ਆ ਰਹੇ। ਤਾਂ ਇਹ ਜਿਹੜੇ ਸੈੱਲਸ ਨੇ ਜਾਂ ਬੈਕਟੀਰੀਆ ਨੇ ਜਦੋਂ ਜ਼ਿਆਦਾ ਆ ਰਹੇ ਹੁੰਦੇ ਆ ਤਾਂ ਉਦੋਂ ਇਹਦਾ ਮਤਲਬ ਹੈ ਕਿ ਇਨਫੈਕਸ਼ਨ ਹੈ। ਅਤੇ ਦੂਜਾ ਹੁੰਦਾ ਉਹਨੂੰ ਕਹਿੰਦੇ ਆ ਕਲਚਰ ਐਂਡ ਸੈਂਸਿਟੀਵਿਟੀ, ਯਾਨੀ ਕਿ ਉਹਨਾਂ ਬੈਕਟੀਰੀਆ ਨੂੰ ਅਸੀਂ ਪਿਸ਼ਾਬ ਦਾ ਸੈਂਪਲ ਲੈ ਕੇ ਲੈਬ 'ਚ ਕਲਚਰ ਕਰ ਲੈਂਦੇ ਹਾਂ, ਯਾਨੀ ਕਿ ਉਹਨੂੰ ਪਾੜ ਲੈਂਦੇ ਹਾਂ, ਅੱਗੇ ਉਹਨਾਂ ਦੀ ਗਰੋਥ ਕਰ ਲੈਂਦੇ ਹਾਂ, ਅਤੇ ਫਿਰ ਉਹਦੀ ਸੈਂਸਿਟੀਵਿਟੀ ਦੇਖਦੇ ਹਾਂ ਕਿ ਕਿਹੜੇ ਐਂਟੀਬਾਇਓਟਿਕਸ ਨਾਲ ਉਹ ਮਰ ਜਾਣਗੇ। ਉਹਨੂੰ ਕਹਿੰਦੇ ਕਲਚਰ ਐਂਡ ਸੈਂਸਿਟੀਵਿਟੀ।
ਸੋ ਜਦੋਂ ਵੀ ਅਸੀਂ ਪਿਸ਼ਾਬ ਟੈਸਟ ਕਰਵਾਈਏ, ਜੇ ਸਾਡੇ ਪਿਸ਼ਾਬ 'ਚ ਪਸ ਸੈੱਲ ਜ਼ਿਆਦਾ ਆ ਰਹੇ ਆ, 2 ਤੋਂ 3 ਆਮ ਨਾਰਮਲ ਹੁੰਦੇ ਆ, ਅਗਰ 5 ਤੋਂ ਜ਼ਿਆਦਾ ਆ ਰਹੇ ਆ ਤਾਂ ਸਮਝੋਗੇ ਤੁਹਾਨੂੰ ਇਨਫੈਕਸ਼ਨ ਹੈਗੀ ਹੈ। ਤੇ ਜਦੋਂ ਇਨਫੈਕਸ਼ਨ ਸੀਵੀਅਰ ਹੁੰਦੀ ਹੈ ਤਾਂ ਫਿਰ ਤਾਂ ਇਨੂਮਰੇਬਲ ਹੁੰਦੇ ਆ, ਜਾਂ 60 to 70 ਹੁੰਦੇ ਆ, 50 to 60 ਹੁੰਦੇ ਆ ਪਰ ਫੀਲਡ। ਤਾਂ ਉਹ ਜਿਹੜੀ ਸਥਿਤੀ ਹੁੰਦੀ ਹੈ ਸਵੀਰ ਇਨਫੈਕਸ਼ਨ ਦੀ ਹੁੰਦੀ ਹੈ। ਤਾਂ ਜਿਹੜਾ ਮਾਡਰਨ ਮੈਡੀਕਲ ਸਿਸਟਮ ਹੈ, ਐਲੋਪੈਥਿਕ ਸਿਸਟਮ ਹੈ, ਇਹ ਕੁਲਵੰਤ ਜੀ ਇੱਕ ਇੱਥੇ ਗੱਲ ਜਿਹੜੀ ਸਪਸ਼ਟ ਸਰੋਤਿਆਂ ਨੂੰ ਮੈਂ ਦੱਸਦਾ ਕਿ ਇਹ ਉਹ UTI ਉਹ ਇਨਫੈਕਸ਼ਨ ਹੈ ਜਿਹਦੇ 'ਚ ਕਿ ਸਾਡੀ ਜਿਹੜੀ ਜਿਹਨੂੰ ਕਹਿੰਦੇ ਆ ਹੰਕਾਰ ਦਾ ਕਸੂਰ ਬਹੁਤ ਜ਼ਿਆਦਾ ਹੈ, ਸਾਡੀ ਈਗੋ ਦਾ, ਕਿ ਅਸੀਂ ਦੂਜੇ ਸਿਸਟਮ ਨੂੰ ਟੱਚ ਨਹੀਂ ਕਰਨਾ ਚਾਹੁੰਦੇ। ਔਰ ਖਾਸ ਕਰਕੇ ਮਾਡਰਨ ਮੈਡੀਕਲ ਸਿਸਟਮ ਦੇ ਅੰਦਰ ਬਹੁਤ ਹੰਕਾਰ ਹੈ ਕਿ ਉਹ ਕਿਸੇ ਵੀ ਆਯੁਰਵੇਦ ਨੂੰ, ਕਿਸੇ ਵੀ ਹੋਮਿਓਪੈਥੀ ਨੂੰ ਜਾਂ ਕਿਸੇ ਵੀ ਹੋਰ ਤਰੀਕੇ ਨੂੰ ਨਾਲ ਨਹੀਂ ਅਡਾਪਟ ਨਹੀਂ ਕਰਦੇ। ਨਾਲ ਅਡਾਪਟ ਨਹੀਂ ਇਸ ਕਰਕੇ ਨਹੀਂ ਕਰਦੇ ਕਿ ਉਹਨਾਂ ਨੂੰ ਲੱਗਦਾ ਕਿ ਉਹਦਾ ਸਿਸਟਮ ਜਿਹੜੇ ਨੇ ਉਹ ਸਾਇੰਟੀਫਿਕ ਹੈ ਹੀ ਨਹੀਂ। ਉਹਨਾਂ ਦਾ ਇਹ ਕਹਿਣਾ ਕਿ ਸਾਇੰਟੀਫਿਕ ਨਹੀਂ ਹੈ। ਇਹ ਜਿਹੜਾ ਹੈ ਇਹ ਗੱਲ ਜਿਹੜੀ ਹੈ ਉਸ ਹੰਕਾਰ ਨੂੰ ਜਿਹੜੀ ਹੈ ਪੱਠੇ ਪਾਉਂਦੀ ਹੈ ਤੇ UTI ਦੀ ਇਨਫੈਕਸ਼ਨ ਦੇ ਵਿੱਚ ਉਹਦੇ 'ਚ ਬਹੁਤ ਵੱਡਾ ਇੱਕ ਅੜਿੱਕਾ ਬਣਦੀ ਹੈ। ਕਿਉਂਕਿ ਜੇ ਇਕੱਲੇ ਅਸੀਂ ਇਹਨੂੰ ਐਂਟੀਬਾਇਓਟਿਕਸ ਨਾਲ ਡੀਲ ਕਰਦੇ ਹਾਂ ਕਿ ਐਂਟੀਬਾਇਓਟਿਕਸ ਹੀ ਦੇਣੇ ਆ, ਤਾਂ ਐਂਟੀਬਾਇਓਟਿਕਸ ਦਾ ਕੀ ਔਗਣ ਹੈ ਕਿ ਅੱਜ ਤੁਸੀਂ ਇੱਕ ਐਂਟੀਬਾਇਓਟਿਕ ਦੇ ਕੇ ਜਿਹੜੀ UTI ਟਰੀਟ ਕਰ ਲਈ, ਟਰੀਟ ਉਹ ਪੂਰੀ ਤਰ੍ਹਾਂ ਹੁੰਦੀ ਨਹੀਂ ਹੈ, ਦੁਬਾਰਾ ਹੋ ਜਾਂਦੀ ਹੈ। ਕਿਉਂਕਿ ਉਹਦਾ ਅਸੀਂ ਜੜ ਤੇ ਨਹੀਂ ਗਏ, ਕਿਉਂਕਿ ਅਸੀਂ ਇਹਦੀ ਇਮਿਊਨਿਟੀ ਨਹੀਂ ਵਧਾਈ। ਅਸੀਂ ਸਿਰਫ ਬੈਕਟੀਰੀਆ ਨੂੰ ਇੱਕ ਵਾਰੀ ਮਾਰਤਾ, ਲੇਕਿਨ ਉਹ ਸਾਡਾ ਸਿਸਟਮ ਵੀਕ ਹੈ, ਉਹ ਫਿਰ ਮੁੜ ਕੇ ਗਰੋ ਕਰ ਜਾਣਗੇ। ਦੂਜੀ ਵਾਰੀ ਅਸੀਂ ਦੇਵਾਂਗੇ, ਹੋ ਸਕਦਾ ਇੱਕ ਵਾਰੀ ਹੋਰ ਉਹ ਐਂਟੀਬਾਇਓਟਿਕ ਇਫੈਕਟਿਵ ਹੋ ਜਾਵੇ, ਤੀਜੀ ਵਾਰੀ ਦੇਣ ਤੋਂ ਐਂਟੀਬਾਇਓਟਿਕ ਇਫੈਕਟਿਵ ਨਹੀਂ ਹੋਏਗਾ। ਕਿਉਂਕਿ ਬੈਕਟੀਰੀਆ ਨੂੰ ਕੁਦਰਤ ਨੇ, ਪਰਮਾਤਮਾ ਨੇ ਐਸੀ ਪਾਵਰ ਦਿੱਤੀ ਹੈ ਕਿ ਤੁਸੀਂ ਉਹਨੂੰ ਐਂਟੀਬਾਇਓਟਿਕ ਦਿਓ, ਉਹ ਨਾਲ ਦੀ ਨਾਲ ਉਹਨੂੰ ਬਾਈਪਾਸ ਕਰਨਾ ਸਿੱਖ ਲੈਂਦਾ ਤੇ ਉਹਦੇ 'ਤੇ ਸਰਵਾਈਵ ਕਰਨਾ ਸਿੱਖ ਲੈਂਦਾ। ਇਸ ਕਰਕੇ ਇਹ ਗੱਲ ਜਿਹੜੀ ਹੈ ਬਹੁਤ ਧਿਆਨ ਨਾਲ ਸੋਚਣ ਵਾਲੀ ਹੈ ਕਿ ਇਕੱਲੇ ਐਂਟੀਬਾਇਓਟਿਕਸ ਦੇ ਸਿਰ 'ਤੇ UTI ਟਰੀਟ ਕਰਨਾ ਜਿਹੜਾ ਹੈ ਉਹ ਬਹੁਤ ਹੀ ਸ਼ਾਰਟ ਸਾਈਟਡ ਜਿਹੜੀ ਹੈ ਉਹ ਅਪਰੋਚ ਹੈ, ਜਿਹੜਾ ਕਿ ਮੈਡੀਕਲ ਪ੍ਰੋਫੈਸ਼ਨ ਦਾ ਜਿਹਨੂੰ ਖੋਪੇ ਲੱਗੇ ਲਾਉਣ ਵਾਲਾ ਜਿਹੜਾ ਉਹਦਾ ਐਟੀਚਿਊਡ ਹੈ ਕਿ ਸਿਰਫ ਅਸੀਂ ਮਾਡਰਨ ਮੈਡੀਕਲ ਸਿਸਟਮ ਦੀਆਂ ਕੈਮੀਕਲ ਬੇਸਡ ਦਵਾਈਆਂ ਲੈਣੀਆਂ ਨੇ, ਉਹਦੇ 'ਤੇ ਆਧਾਰਿਤ ਜਦੋਂ ਕਰਦੇ ਆ ਉਹ ਤਾਂ ਬਹੁਤ ਹੀ ਗੰਦੀ ਸਥਿਤੀ 'ਚ ਲੈ ਕੇ ਜਾਂਦੇ ਮਰੀਜ਼ਾਂ ਨੂੰ। ਇੱਕ ਐਂਟੀਬਾਇਓਟਿਕ ਤੋਂ ਰੈਜ਼ਿਸਟੈਂਸ ਹੋਈ, ਫਿਰ ਦੂਜੇ ਤੋਂ ਹੋਈ, ਫਿਰ ਤੀਜੇ ਤੋਂ ਹੋਈ, ਅਲਟੀਮੇਟਲੀ ਇਹ ਸਥਿਤੀ ਆ ਰਹੀ ਹੈ ਹੁਣ। ਇਹ ਜਿਹੜੇ ਐਂਟੀਬਾਇਓਟਿਕਸ ਯੂਜ਼ ਕਰਨ ਦਾ ਜਿਹੜਾ ਵਰਤਾਰਾ ਹੈ, ਇਕੱਲੀ UTI 'ਚ ਨਹੀਂ, ਬਹੁਤ ਸਾਰੀ ਇਨਫੈਕਸ਼ਨਾਂ 'ਚ ਇਹ ਵਰਤਾਰਾ ਵਾਪਰ ਰਿਹਾ। ਔਰ ਅੱਜ ਅਸੀਂ ਇਸ ਮੋੜ 'ਤੇ ਖੜ੍ਹੇ ਹਾਂ ਕਿ ਮੈਡੀਕਲ ਵਰਲਡ ਦੇ ਵਿੱਚ ਇਸ ਵੇਲੇ ਪੂਰਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਐਂਟੀਬਾਇਓਟਿਕ ਨੂੰ ਰੈਜ਼ਿਸਟੈਂਸ ਹੋ ਰਹੀ ਹੈ ਬਹੁਤ ਬੁਰੀ ਤਰ੍ਹਾਂ, ਜਿਹਨੂੰ ਸੁਪਰ ਬਗਸ ਕਹਿੰਦੇ ਅਸੀਂ। ਸੁਪਰ ਬਗਸ ਦਾ ਮਤਲਬ ਹੈ ਉਹ ਐਂਟੀਬਾਇਓਟਿਕ ਜਿਨ੍ਹਾਂ 'ਤੇ ਉਹ ਬੈਕਟੀਰੀਆ ਜਿਹਨਾਂ 'ਤੇ ਕੋਈ ਐਂਟੀਬਾਇਓਟਿਕ ਅਸਰ ਨਹੀਂ ਕਰਦੇ। ਜਦੋਂ ਅਸਰ ਨਹੀਂ ਕਰਦੇ ਤਾਂ ਕੀ ਹੁੰਦਾ ਕਿ ਉਹ ਫਿਰ ਤੁਸੀਂ ਮਰਨ ਦੀ ਸਥਿਤੀ 'ਚ ਪਹੁੰਚ ਜਾਓਗੇ। ਤਾਂ ਉਹ ਜਿਹੜੇ ਸੁਪਰ ਬਗਸ ਨੇ ਕਿਉਂ ਆ ਰਹੇ ਆ? ਕਿਉਂਕਿ ਅਸੀਂ ਉਹਨਾਂ ਨੂੰ ਇੱਕ ਹੀ ਤਰੀਕੇ ਨਾਲ ਡੀਲ ਕਰਦੇ ਹਾਂ, ਬਾਰ-ਬਾਰ ਐਂਟੀਬਾਇਓਟਿਕ ਦਿੰਦੇ ਹਾਂ। ਔਰ ਕੁਦਰਤ ਨੇ ਕਿਉਂਕਿ ਉਹਨਾਂ ਨੂੰ ਇੱਕ ਸਮਰੱਥਾ ਦਿੱਤੀ ਹੋਈ ਹੈ ਛੋਟੇ ਜੀਵਾਂ ਨੂੰ, ਇਸ ਧਰਤੀ ਦੇ ਉੱਪਰ ਜਿੰਨਾ ਛੋਟਾ ਜੀਵ, ਜਿਹੜਾ ਸੂਖਸ਼ਮ ਜੀਵ ਹੈ, ਸਭ ਤੋਂ ਛੋਟਾ ਅਤੇ ਸਭ ਤੋਂ ਪਹਿਲਾਂ ਆਇਆ, ਸਭ ਤੋਂ ਪੁਰਾਣਾ ਵਾਸੀ ਹੈ। ਤਾਂ ਕੁਦਰਤ ਨੇ ਉਹਨੂੰ ਅਥਾਹ ਸ਼ਕਤੀ ਦਿੱਤੀ ਹੈ ਕਿ ਤੁਸੀਂ ਜਿੱਦਾਂ ਮਰਜ਼ੀ ਉਹਨੂੰ ਮਾਰਨ ਦੀ ਕੋਸ਼ਿਸ਼ ਕਰੋ, ਤੁਸੀਂ ਉਸ ਵੇਲੇ ਤੱਕ ਵਾਰੀ ਮਾਰ ਲਓਗੇ ਉਹਨੂੰ, ਲੇਕਿਨ ਉਹਦੇ ਕੁਛ ਜਿਹੜੇ ਬਚ ਜਾਣਗੇ ਉਹ ਫਿਰ ਉਹ ਚੀਜ਼ ਜਿਹੜੇ ਉਸ ਐਂਟੀਬਾਇਓਟਿਕ ਨੂੰ ਦੇ ਵਿੱਚ ਵੀ ਹਾਜ਼ਰੀ 'ਚ ਵੀ ਉਹ ਮਲਟੀਪਲਾਈ ਕਰਨਾ ਸਿੱਖ ਲੈਣਗੇ। ਤਾਂ ਇਹ UTI ਦੀ ਬੜੀ ਕਲਾਸੀਕਲ ਐਗਜ਼ਾਮਪਲ ਹੈ ਕਿ UTI ਜਿਹੜੀ ਹੈ ਇੱਕ ਤੋਂ ਬਾਅਦ ਇੱਕ ਐਂਟੀਬਾਇਓਟਿਕ ਰੈਜ਼ਿਸਟੈਂਸ ਹੋ ਜਾਂਦਾ, ਅਲਟੀਮੇਟਲੀ ਕੋਈ ਐਂਟੀਬਾਇਓਟਿਕ ਅਸਰ ਨਹੀਂ ਕਰਦਾ। ਤਾਂ ਇਹ ਸਥਿਤੀ ਜਦੋਂ ਪਹੁੰਚ ਜਾਂਦਾ ਮਰੀਜ਼ ਤਾਂ ਉਹ ਬਹੁਤ ਹੀ ਹੋਪਲੈਸ ਸਥਿਤੀ ਹੁੰਦੀ ਹੈ। ਔਰ ਮਰੀਜ਼ ਜਿਹੜਾ ਵਿਚਾਰਾ ਉਹ ਐਂਟੀਬਾਇਓਟਿਕ ਜਿਹੜੇ ਨਵੇਂ ਐਂਟੀਬਾਇਓਟਿਕ ਆਪਾਂ ਦਿੰਦੇ ਹਾਂ, ਅਗਲੀ ਜਨਰੇਸ਼ਨ ਜਿਹੜੀ ਹੁੰਦੀ ਹੈ, ਤਾਂ ਉਹ ਐਂਟੀਬਾਇਓਟਿਕ ਦੇ ਦੋ ਔਗਣ ਹੁੰਦੇ ਆ। ਇੱਕ ਤਾਂ ਮਹਿੰਗਾ ਹੁੰਦਾ ਬਹੁਤ ਜ਼ਿਆਦਾ, ਇੱਕ ਉਹ ਟੌਕਸਿਕ ਹੁੰਦਾ। ਜਿੰਨੇ ਐਂਟੀਬਾਇਓਟਿਕ ਰਿਜ਼ਰਵ ਟਾਈਪ ਨੇ ਉਹ ਜ਼ਹਿਰੀਲੇ ਬਹੁਤ ਜ਼ਿਆਦਾ ਨੇ ਅਤੇ ਮਹਿੰਗੇ ਬਹੁਤ ਜ਼ਿਆਦਾ ਨੇ। ਜਿਹੜਾ ਪਹਿਲੀ ਵਾਰੀ ਯੂਜ਼ ਕਰਾਂਗੇ ਉਹ ਸਸਤਾ ਹੋਏਗਾ ਅਤੇ ਉਹਨਾਂ ਜ਼ਹਿਰੀਲਾ ਨਹੀਂ ਹੋਏਗਾ। ਦੂਜੀ ਵਾਰੀ ਕਰਾਂਗੇ ਉਸ ਤੋਂ ਥੋੜ੍ਹਾ ਜਿਹਾ ਹੋਰ ਮਹਿੰਗਾ ਹੋਏਗਾ, ਹੋਰ ਜ਼ਹਿਰੀਲਾ ਹੋਏਗਾ। ਜਿਹੜਾ ਲਾਸਟ ਆਏਗਾ ਉਹ ਲਾਸਟ ਲੱਖੇ ਕਿੱਦਾਂ ਹੋਏ ਆ ਕਿ ਜਿਹੜਾ ਬਹੁਤ ਜ਼ਿਆਦਾ ਟੌਕਸਿਕ ਨੇ ਅਤੇ ਫਿਰ ਬਹੁਤ ਜ਼ਿਆਦਾ ਮਹਿੰਗੇ ਨੇ, ਉਹ ਕਿਤੇ ਨਾ ਕਿਤੇ ਫਿਰ ਇਹ ਵਰਤਾਰਾ ਫਿਰ ਵਾਪਰਦਾ। ਤਾਂ ਇਹ ਵਰਤਾਰੇ 'ਚ ਜਿਹੜਾ ਇਹ ਮਰੀਜ਼ ਫਸ ਜਾਵੇ ਆਮ ਤੌਰ 'ਤੇ। ਡਾਕਟਰ ਸਾਹਿਬ ਫਿਰ ਇਹ ਜਦੋਂ UTI ਹੋ ਜਾਂਦੀ ਹੈ ਕਿਸੇ ਵੀ ਇਨਸਾਨ ਨੂੰ, ਚਾਹੇ ਉਹ ਬੱਚੇ ਨੂੰ, ਚਾਹੇ ਉਹ ਬਜ਼ੁਰਗ ਨੂੰ, ਚਾਹੇ ਉਹ ਲੇਡੀਜ਼ ਨੂੰ, ਚਾਹੇ ਉਹ ਜੈਂਟਸ ਨੂੰ, ਕਿਸੇ ਨੂੰ ਵੀ ਹੋ ਜਾਂਦੀ ਹੈ, ਤਾਂ ਫਿਰ ਸਭ ਤੋਂ ਪਹਿਲੇ ਲੱਛਣ ਕੀ ਨਜ਼ਰ ਆਉਂਦੇ ਨੇ? ਕਿਉਂਕਿ ਆਮ ਤੌਰ 'ਤੇ ਤਾਂ ਜਿਹੜੇ ਡਾਕਟਰਾਂ ਕੋਲ ਨਹੀਂ ਜਾਂਦੇ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਵੀ ਸਾਨੂੰ UTI ਹੋਈ ਵੀ ਹੈ। ਕੀ ਲੱਛਣ ਹੁੰਦੇ ਨੇ ਤਾਂ ਕਿ ਉਹਨਾਂ ਨੂੰ ਸਮਝ ਆ ਜਾਏ ਵੀ ਸਾਨੂੰ UTI ਇਨਫੈਕਸ਼ਨ? ਲੱਛਣ ਡਿਪੈਂਡ ਕਰਦਾ ਕਿ ਕਿੰਨੀ ਕੁ ਜ਼ਿਆਦਾ ਹੈ। ਜੇ ਤਾਂ ਹਲਕੀ ਫੁਲਕੀ ਹੋਏਗੀ ਤਾਂ ਕੀ ਹੋਏਗਾ ਕਿ ਪਿਸ਼ਾਬ ਕਰਨ ਲੱਗਿਆਂ ਡਿਸਕੰਫਰਟ ਜਿਹਾ ਹੋਏਗਾ, ਥੋੜ੍ਹੀ ਜਲਨ ਹੋਏਗੀ, ਦਰਦ ਹੋਏਗੀ, ਜਾਂ ਥਕਾਨ ਰਹਿਣ ਲੱਗ ਜਾਏਗੀ, ਹਲਕਾ ਬੁਖਾਰ ਰਹਿਣ ਲੱਗ ਜਾਏਗਾ, ਸਿਰ ਦੁਖੇਗਾ, ਘਰੋਂ ਬੰਦੇ ਦਾ ਕੰਮ ਕਰਨ ਨੂੰ ਜੀਅ ਨਹੀਂ ਕਰੇਗਾ, ਭੁੱਖ ਨਹੀਂ ਲੱਗੇਗੀ। ਜਿਹੜੇ ਲੋ ਲੈਵਲ ਦੇ ਸਿੰਪਟਮ ਨੇ ਜਿਹੜੇ ਕਿ ਬਾਕੀ ਬਿਮਾਰੀਆਂ 'ਚ ਬਹੁਤ ਹੁੰਦੇ ਆ, ਉਹ ਤਾਂ ਤੁਸੀਂ ਪਛਾਣ ਨਹੀਂ ਸਕੋਗੇ। ਉਹ ਤੁਹਾਨੂੰ ਪਛਾਣ ਤਾਂ ਹੀ ਆਏਗੀ ਜੇ ਤੁਸੀਂ ਪਿਸ਼ਾਬ ਟੈਸਟ ਕਰਾਓਗੇ।
ਤਾਂ ਜ਼ਿੰਦਗੀ 'ਚ ਜਿਹੜੇ ਮੇਰੇ ਵਰਗੇ ਡਾਕਟਰ ਜਿਹੜੇ ਟੈਸਟ ਘੱਟ ਕਰਾਉਂਦੇ ਆ, ਤਾਂ ਸਭ ਤੋਂ ਜ਼ਿਆਦਾ ਕਾਮਨ ਟੈਸਟ ਜਿਹੜਾ ਕਰਾਉਣਾ ਚਾਹੀਦਾ ਉਹ ਹੈਗਾ ਪਿਸ਼ਾਬ। ਉਹ ਸਭ ਬਹੁਤ ਹੀ ਸਸਤਾ ਹੈ ਔਰ ਬਹੁਤ ਹੀ ਸੌਖਾ ਹੈ। ਉਹਦੇ 'ਚ ਕਾਫੀ ਬਿਮਾਰੀਆਂ ਜਿਹੜੀਆਂ ਨੇ ਉਹ ਰੂਲ ਆਊਟ ਹੋ ਜਾਂਦੀਆਂ ਨੇ ਕਿ ਆਪਾਂ ਕੰਪਲੀਟ ਯੂਰਿਨ ਤੋਂ ਤੁਹਾਨੂੰ ਕਾਫੀ ਕੁਝ ਜੱਜਮੈਂਟ ਹੋ ਜਾਂਦੀ ਹੈ। ਹਾਂ ਸਾਰਾ ਵੱਧ ਤੋਂ 50 ਰੁਪਏ ਬਸ, ਇਸ ਤੋਂ ਬਾਅਦ ਹੈ ਨਹੀਂ, 50 ਰੁਪਏ ਸਾਰਾ ਕੁਝ ਹੁੰਦਾ। ਤਾਂ ਉਹ ਜਿਹੜਾ ਵਰਤਾਰਾ ਹੈ ਪਿਸ਼ਾਬ ਟੈਸਟ ਕਰਾਉਣ ਦਾ, ਉਹ ਸਾਨੂੰ ਅਕਸਰ ਰੱਖਣਾ ਚਾਹੀਦਾ। ਜਦੋਂ ਵੀ ਸਾਨੂੰ ਸ਼ੱਕ ਪਵੇ ਤਾਂ 2 ਟੈਸਟ ਪਹਿਲਾਂ ਕਰਾਉਣੇ ਬਹੁਤ ਹੁੰਦੇ, CBC ਕੰਪਲੀਟ ਬਲੱਡ ਕਾਊਂਟ ਤੇ ਯੂਰਿਨ ਕੰਪਲੀਟ। ਇਹਨੂੰ ਸਭ ਤੋਂ ਸਸਤੇ ਨੇ ਤੇ ਸਭ ਤੋਂ ਜਿਹੜੇ ਨੇ ਵੱਧ ਇਨਫੋਰਮੇਸ਼ਨ ਦਿੰਦੇ ਆ। ਇਹ 2 ਤੁਸੀਂ ਪਹਿਲਾਂ ਕਰਾਓ, ਬਾਕੀ ਟੈਸਟ ਬਾਅਦ 'ਚ ਕਰਾਓ। ਇੱਥੇ ਮੈਂ ਬਹੁਤ ਵਾਰੀ ਦੇਖਿਆ ਕਿ ਬੜੇ ਕੰਪਲੀਕੇਟਡ ਜਿਹੇ ਟੈਸਟ ਪਹਿਲਾਂ ਕਰਾਏ ਹੋਣਗੇ ਔਰ ਜਿਹੜੇ ਨੇ ਇਹ ਕੰਪਲੀਟ ਯੂਰਿਨ ਕਰਾਇਆ ਨਹੀਂ ਹੁੰਦਾ। ਕਿਸੇ ਵੀ ਇਨਫੈਕਸ਼ਨ, ਹਾਂ ਨਹੀਂ, ਜਦੋਂ ਵੀ ਤੁਹਾਨੂੰ ਇਨਫੈਕਸ਼ਨ ਦਾ ਕੋਈ ਡਾਊਟ ਹੈ ਕਿ ਤੁਹਾਡੀ ਬਾਡੀ 'ਚ ਕੋਈ ਇਨਫੈਕਸ਼ਨ ਹੈ ਤਾਂ ਇਹ 2 ਟੈਸਟ ਸਭ ਤੋਂ ਪਹਿਲਾਂ ਹੋਣੇ ਚਾਹੀਦੇ ਆ, ਕੰਪਲੀਟ ਯੂਰਿਨ ਔਰ CBC, ਕਿਉਂਕਿ ਇਹ ਦੋਨੋਂ ਜਿਹੜੇ ਨੇ ਸਸਤੇ ਹੈ ਔਰ ਕਾਫੀ ਜ਼ਿਆਦਾ ਇਨਫੋਰਮੇਸ਼ਨ ਦਿੰਦੇ ਆ। तो उस करके सब तो पहले जो यूरिन करा लेंगे तो आपको पता लग जाएगा पास सेल आ रहे हैं। तो इस करके अगर बहुत ज़्यादा एक्यूट है इन्फेक्शन, फिर तो बहुत जो फीवर होंगे हाई ग्रेड फीवर होंगे, पाला लगता है, कांबा लगता है, वो फिर सेप्टिसीमिया जिन्होंने आप कहने फिर इन्फेक्शन नाल खून च भी होंगी है, वो कली जिवें मलेरिया लग गया होंदा, बिल्कुल मलेरिया वांग वर्गा होंदा, कांबा लगता है, ठंड लगती है, बहुत हाई ग्रेड फीवर होंदा है, बंदा बिल्कुल बीमार होंदा, मंजे तो उठ नहीं सकता। तो फिर उस जी खांसी तो नहीं, UTI नहीं खांसी होंगी, लेकिन जो UTI होंगी है क्योंकि फिर जो बहुत ज़्यादा इन्फेक्शन किसी भी अंग च हो, फिर इन्फेक्शन ब्लड जान लग जाती है, जो ब्लड जान लग जाती है तो फिर दूसरे अंगों भी जा सकती है। सो वो रिस्क होंगे, उन्होंने सेप्टिसीमिया कहने असीं कि इसके जे जो तुहानूं कांबा लगन लग गया, जो तुहानूं बहुत ज़्यादा बुखार होने लग गया हाई ग्रेड 104 डिग्री 5 डिग्री, तो शरीर बहुत टुटदा है, ठंड लगती है, तो यदा मतलब है तुहानूं सेप्टिसीमिया हो गया, यानी कि जी इन्फेक्शन है वो जारी खून च जा रही है। जो भी खून च जाएगी तो खून च जाना अपने आप कोई माड़ी गल नहीं होंगी, क्योंकि खून च जाएगी क्योंकि किसी हर अंग च खून जा रहा है, तो जो उसे किसी भी अंग च बैक्टीरिया होंगे तो खून च जाएगी, तो खून च जाना उसका पॉजिटिव पक्ष भी है, क्योंकि खून च अगर इन्फेक्शन जाएगी तो पूरी बॉडी अलर्ट हो जाएगी, पूरा इम्यून सिस्टम जो वो कंडे पर हो जाएगा। तो इस करके खून च जाना कोई अपने आप माड़ी गल नहीं, लेकिन जो खून जो एक लैवल तो बढ़ जाएगी तो फिर ये सिम्पटम होंगे, कांबा लगेगा, बुखार हाई ग्रेड होएगा, भुख बिल्कुल खत्म हो जाएगी, बंदा बैड रिडन हो जाएगा, उठ नहीं सकेगा, सारा भुख तो सारे जो एक्यूट इलनेस होंगे ਉਹਦੇ ਸੰਭਾਵਨਾ। ਤੇ ਹੁਣ ਆਪੇ ਇੱਥੇ ਸਵਾਲ ਇਹ ਪੈਦਾ ਹੁੰਦਾ ਕਿ ਜਦੋਂ UTI ਹੋ ਗਈ, ਅਕਿਊਟ ਜਿਹੜਾ ਕੰਡੀਸ਼ਨ ਦੇ ਵਿੱਚ ਪਹੁੰਚ ਗਈ, ਤਾਂ ਇਹ ਫਿਰ ਅੱਗੇ ਕਿੰਨੀ ਕੁ ਖਤਰਨਾਕ ਹੈ, ਕਿਹੜੇ ਅੰਗਾਂ ਨੂੰ ਇਹ ਪਹਿਲਾਂ ਪੈਂਦੀ ਹੈ ਜਾਂ ਡੈਮੇਜ ਕਰ ਸਕਦੀ ਹੈ? नहीं फिर तो जानलेवा भी हो सकती है। जो सेप्टिसीमिया जो होंगे इन्फेक्शन कितने भी बॉडी च होगी, बिल्कुल जान सकते, सेप्टिसीमिया हो जाता है, सेप्टिसीमिया नाल पेशेंट मर सकता है बिल्कुल, जे अगर उन्होंने ट्रीट ना करे तो। पर अजकल नौबत तो इस करके नहीं आती क्योंकि एंटीबायोटिक का यूज़ बहुत ज़्यादा हो गया, तो ईवन RMP भी जोड़े ने इंट्रावीनस रिजर्व एंटीबायोटिक लेटेस्ट तो लेटेस्ट एंटीबायोटिक देंगे हैं। सो सेप्टिसीमिया वाली सिचुएशन आम तौर पर अजकल आ नहीं रही, अजकल उल्टा आ रहा है क्योंकि दवाइयां के साइड इफेक्ट्स हो रहे हैं बहुत ज़्यादा। तो सेप्टिसीमिया वाली सिचुएशन बहुत घट गई, हम पहले होंगी सी जो असीं MBBS करके निकले सी, असीं बहुत फेस करते होंगे सीगे, लेकिन अज क्योंकि जना खना पिंड च बैठा कि RMP है जो उत्थे बंदा क्वालीफाइड नहीं है, तो वो भी जो लेटेस्ट तो लेटेस्ट एंटीबायोटिक यूज़ कर लैंदा क्योंकि खुले अवेलेबल ने। तो इस करके वो नौबत तो आउंदी नहीं है। अजकल नौबत आउंदी क्रॉनिक UTI दी, एक बार तो ठीक कर लैंदा, लेकिन जो एक बार ठीक कर लिया तो मुड़ के फिर हो जाती दोबारा, फिर दोबारा होंगी तो फिर क्रॉनिक शक्ल लैंदी है, यानी कि फिर पेशेंट वही क्रॉनिक स्थिति चला जाऊगा, भुख जी नहीं लग रही, हल्का बुखार रह रहा है, सिर दुखी जा रहा है, काम करने को जी नहीं कर रहा, तो थक्या रह रहा है, इदा का पेशाब लग के आ रहा है या जल के जलन हो रही है। एक सौ क्रॉनिक UTI के सिम्पटम बहुत ज़्यादा बहुते पेशेंट जोड़े अजकल क्रॉनिक UTI नाल आउंदे आ रादर दैन एक्यूट UTI नाल। डॉक्टर साहब तुसीं जिस तरह क्रॉनिक UTI की गल की है, तो अक्सर साडियां मावां भैणां बच्चियां जिहड़ियां ने वो शिकायत करदियां ने कि UTI एक बारी हो जाए तो ये पिछा नहीं छड्डदी, जिन्ना मर्जी जोर ला लो, जिन्नियां मर्जी दवाइयां खा लो, ये पिछा नहीं छड्डदी, ये मुड़ फेर हो जाती है, मुड़ फेर हो जाती है, मुड़ फेर हो जाती है। कोई राह है बचण दा? बिल्कुल तुसीं सही कहा, क्योंकि मरीज भी जिहड़े ने, क्योंकि डॉक्टर जिहड़े ने वो अपने कैमिकल दवाइयां तो एंटीबायोटिक्स तो बाहर नहीं सोचते, वो मरीज भी क्योंकि डोमीनेट सिस्टम ये है, तो मरीजों का भी यही चैलेंज हो गया कि मरीज भी सोचते हैं भी जे एज डॉक्टर के एंटीबायोटिक नाल ठीक होना तो होना, नहीं तो होर कोई चारा नहीं है। वो अनफॉर्चुनेटली साड़ी बदकिस्मती है कि साड़ा जो आयुर्वेद सिस्टम सीगा जां उहदे नाल जुड़े हुए होर सिस्टम ने
ਚਾਹੇ ਉਹ ਹੋਮਿਓਪੈਥੀ ਹੈ ਜਾਂ ਕੋਈ ਨੈਚੁਰਲ ਸਿਸਟਮਸ ਨੇ ਜਿਹੜਾ ਕਿ ਇਮਿਊਨਿਟੀ ਬੂਸਟਿੰਗ ਵਾਲੇ, ਉਹ ਅਸੀਂ ਅਜੇ ਉਹਨਾਂ ਨੂੰ ਇਗਨੋਰ ਕਰਦੇ ਹਾਂ, ਉਹਨਾਂ ਨੂੰ ਮੱਥਾ ਨਹੀਂ ਦਿੰਦੇ। ਤਾਂ ਰੋਕਾਂਗਾ, ਜਦੋਂ ਇੱਕ ਕਿਸੇ ਨੂੰ ਵੀ ਯੂਟੀਆਈ ਹੋ ਜਾਵੇ ਤਾਂ ਫਿਰ ਸ਼ੁਰੂ ਤੋਂ, ਜਿਵੇਂ ਜੇ ਆਪਾਂ ਮਾਡਰਨ ਮੈਡੀਕਲ ਸਿਸਟਮ ਤੋਂ ਹਟ ਕੇ ਗੱਲ ਕਰੀਏ, ਤਾਂ ਕਿਸੇ ਨੂੰ ਵੀ ਕੀ ਕਰਨਾ ਚਾਹੀਦਾ ਸ਼ੁਰੂ ਤੋਂ ਲੈ ਕੇ, ਤਾਂ ਕਿ ਉਹ ਉਹਦੇ ਚੱਕਰ ਤੋਂ ਹੌਲੀ ਹੌਲੀ ਨਿਕਲ ਜਾਵੇ? ਨਹੀਂ, ਹੌਲੀ ਹੌਲੀ ਇੱਕਦਮ ਨਿਕਲ ਜਾਂਦਾ, ਕੋਈ ਪ੍ਰੋਬਲਮ ਨਹੀਂ ਹੈ, ਉਹ ਐਡੀ ਕੋਈ ਬਹੁਤਾ ਟਾਈਮ ਨਹੀਂ ਲੱਗਦਾ, ਕਿਉਂਕਿ ਆਯੁਰਵੇਦ ਦੇ ਅੰਦਰ ਵੀ ਬਹੁਤ ਅੱਛੀਆਂ ਦਵਾਈਆਂ ਹੈਗੀਆਂ ਨੇ। ਜਿਹੜੀ ਮੈਂ ਜ਼ਿੰਦਗੀ 'ਚ 50 ਸਾਲ ਤੋਂ ਪ੍ਰੈਕਟਿਸ ਕਰ ਰਿਹਾ, ਮੈਂ ਜ਼ਿੰਦਗੀ 'ਚ ਕਿਸੇ ਬੰਦੇ ਨੂੰ ਯੂਟੀਆਈ ਵਾਲੇ ਬੰਦੇ ਨੂੰ ਇਹਦਾ ਸਫਰ ਨਹੀਂ ਕਰਨ ਦਿੱਤਾ। ਮੇਰੇ ਕੋਲ ਜਿਹੜਾ ਬੰਦਾ ਆ ਗਿਆ, ਮੈਂ ਕੰਬਾਈਨ ਕਰਦਾ ਰਿਹਾ ਸ਼ੁਰੂ ਤੋਂ ਮੈਨੂੰ ਇੱਕ ਪਰਮਾਤਮਾ ਨੇ ਐਸੀ ਸੋਝੀ ਦਿੱਤੀ ਸੀਗੀ ਕਿ ਮੈਨੂੰ MBBS ਤੋਂ ਹੀ ਇਹ ਸਮਝਾਉਣ ਲੱਗ ਗਈ ਸੀਗੀ ਕਿ ਇਹ ਜਿਹੜਾ ਮਾਡਰਨ ਮੈਡੀਕਲ ਸਿਸਟਮ ਹੈ ਇਹ ਕਮਜ਼ੋਰ ਹੈ ਅਤੇ ਇਹ ਪਰਫੈਕਟ ਨਹੀਂ ਹੈ। ਅਤੇ ਇਸ ਕਰਕੇ ਮੈਂ ਸ਼ੁਰੂ ਤੋਂ ਹੀ ਆਪਣੀ ਹੋਮ ਰੈਮਡੀਜ਼ ਅਤੇ ਹੋਰ ਹੋਮ ਰੈਮਡੀਜ਼ ਪਤਾ ਹੀ ਪਿੰਡਾਂ 'ਚ ਪੜ੍ਹੇ ਸੀਗੇ, ਕੁਛ ਪਤਾ ਹੀ ਸੀਗੀਆਂ, ਕੁਛ ਫਿਰ ਹੌਲੀ ਹੌਲੀ ਸਿੱਖ ਲਈਆਂ, ਕੁਛ ਫਿਰ ਆਯੁਰਵੈਦਿਕ ਦੇ ਦੋਸਤੀਆਂ ਮੇਰੀ ਸ਼ੁਰੂ ਤੋਂ ਹੀ ਆਯੁਰਵੈਦਿਕ ਵਾਲਿਆਂ ਨਾਲ, ਹੋਮਿਓਪੈਥੀ ਵਾਲਿਆਂ ਨਾਲ, ਨੈਚੁਰੋਪੈਥੀ ਨਾਲ ਦੋਸਤੀਆਂ ਰਹੀਆਂ। ਔਰ ਐਕੂਪ੍ਰੈਸ਼ਰ ਤੱਕ ਮੈਂ ਮਹੀਨਾ ਲਾ ਕੇ ਐਕੂਪ੍ਰੈਸ਼ਰ ਵੀ ਸਿੱਖਣ ਗਿਆ, ਕਿਉਂਕਿ ਮੈਨੂੰ ਲੱਗਦਾ ਸੀ ਵੀ ਐਕੂਪ੍ਰੈਸ਼ਰ ਜਿਹੜਾ ਹੈ ਉਹ ਬੜਾ ਮੈਨੂੰ ਫੈਂਸੀ ਕਰਦਾ ਸੀਗਾ ਅਤੇ ਉਹ ਕੋਈ ਇੱਥੇ ਸਿਖਾਉਣ ਵਾਲਾ ਨਹੀਂ ਸੀਗਾ। ਅਸੀਂ 4 ਦੋਸਤ ਰਲ ਕੇ ਕਲਕੱਤੇ ਜਾ ਕੇ ਮਹੀਨਾ ਐਕੂਪ੍ਰੈਸ਼ਰ ਸਿੱਖ ਕੇ ਆਏ, ਔਰ ਮੈਂ ਕਈ ਸਾਲ ਤੱਕ ਮੈਂ ਐਕੂਪ੍ਰੈਸ਼ਰ ਦੀ ਪ੍ਰੈਕਟਿਸ ਵੀ ਕਰਦਾ ਰਿਹਾ, ਔਰ ਬਹੁਤ ਵੰਡਰਫੁਲ ਸਿਸਟਮ ਆ ਉਹ। ਤਾਂ ਉਹ ਜਿਹੜਾ ਇਸ ਕਰਕੇ ਇੱਕ ਸਿਸਟਮ ਜਿਹੜਾ ਅਸੀਂ ਇੰਟੈਗਰੇਟਡ ਸਿਸਟਮ ਕਹਿੰਦੇ ਹਾਂ। ਅੱਜ ਕਲਵੰਚ ਦੀ ਯੁੱਗ ਹੈ ਕਿ ਅਸੀਂ ਇੰਟੈਗਰੇਟਡ ਹੈਲਥ ਦੀ ਗੱਲ ਕਰੀਏ। ਅੱਜ ਉਹ ਯੁੱਗ ਲੰਘ ਗਿਆ, ਕਿਉਂਕਿ ਮਾਡਰਨ ਮੈਡੀਕਲ ਸਿਸਟਮ ਕੁਛ ਪੱਖ ਨੇ ਉਹਦੇ ਬਹੁਤ ਵਧੀਆ ਨੇ, ਜਿਵੇਂ ਐਕਸੀਡੈਂਟ ਵਾਲਾ ਪੱਖ ਹੈ, ਹੱਡੀਆਂ ਜੋੜਨ ਵਾਲਾ ਪੱਖ ਹੈ, ਦੰਦਾਂ ਡੈਂਟਿਸਟਰੀ ਵਾਲਾ ਪੱਖ ਹੈ, ਅੱਖਾਂ ਦੀ ਸਰਜਰੀ ਵਾਲਾ ਪੱਖ ਹੈ, ਇੰਟੈਂਸਿਵ ਕੇਅਰ ਹੈ, ਸਰਜਰੀਜ਼ ਨੇ। ਤਾਂ ਇਹ ਪੱਖ ਜਿਹੜੇ ਮਾਡਰਨ ਮੈਡੀਕਲ ਸਿਸਟਮ ਨੇ ਬਹੁਤ ਐਡਵਾਂਸ ਕੀਤੇ ਹੈ ਔਰ ਬਹੁਤ ਮਨੁੱਖਤਾ ਲਈ ਇੱਕ ਰਿਲੀਫ ਦਿੱਤਾ। ਲੇਕਿਨ ਕੁਝ ਪੱਖ ਨੇ ਮਾਡਰਨ ਮੈਡੀਕਲ ਸਿਸਟਮ ਦੇ ਬਹੁਤ ਹੀ ਮਾੜੇ ਆ ਉਹ, ਕਿਉਂਕਿ ਉਹਨਾਂ ਨੇ ਇੱਕ ਆਪਣਾ ਮਾਈਂਡ ਕਲੋਜ਼ ਕਰ ਲਿਆ ਹੋਇਆ, ਉਹ ਉਸ ਸਿਸਟਮ ਤੋਂ ਬਾਹਰ ਸੋਚਦੇ ਹੀ ਨਹੀਂ ਹੈ। ਅਤੇ ਉਹਦੇ 'ਚ ਜਿਹੜਾ ਕਰੋਨਿਕ ਡਿਜ਼ੀਜ਼ਜ਼ ਨੇ ਉਹਨਾਂ ਨੂੰ ਇਨਕਿਉਰੇਬਲ ਡਿਕਲੇਅਰ ਕਰਤਾ ਹੋਇਆ। UTI ਹੈ, ਇਨਕਿਉਰੇਬਲ ਹੈ, HIV ਹੈ, ਇਨਕਿਉਰੇਬਲ ਹੈ, ਹੈਪੇਟਾਈਟਿਸ B ਹੈ, ਇਨਕਿਉਰੇਬਲ ਹੈ, ਹੈਪੇਟਾਈਟਿਸ C ਹੈ, ਇਨਕਿਉਰੇਬਲ ਹੈ। ਜਿਵੇਂ ਤੁਹਾਡਾ ਔਰਤਾਂ ਜਿਹੜਾ ਲਕੋਰੀਆ ਹੁੰਦਾ, ਜਿਹਨੂੰ ਪਾਣੀ ਪੈਣਾ ਕਹਿੰਦੇ, ਉਹ ਇਨਕਿਉਰੇਬਲ ਹੈ ਇਹਨਾਂ ਤੋਂ। ਉਹ ਕਿਉਂ? ਕਿਉਂਕਿ ਇਹ ਆਪਣੇ ਸਿਸਟਮ ਤੋਂ ਬਾਹਰ ਨਹੀਂ ਸੋਚਦੇ। ਜਦੋਂ ਕਿ ਅੱਜ ਯੁੱਗ ਜਿਹੜਾ ਆ ਗਿਆ, ਹੁਣ ਯੁੱਗ ਆ ਗਿਆ ਕਿ ਤੁਸੀਂ ਸਾਰੇ ਸਿਸਟਮਾਂ ਦੀਆਂ ਅੱਛੀਆਂ ਗੱਲਾਂ ਲਓ। ਰਾਦਰ ਮੈਂ ਤਾਂ ਬਹੁਤ ਸਾਲਾਂ ਤੋਂ ਇਹ ਗੱਲ ਦਾ ਜਿਹੜਾ ਪਾਸ਼ਕ ਹਾਂ ਅਤੇ ਕਹਿ ਰਿਹਾ ਕਿ ਇੱਕੋ ਹੀ ਛੱਤ ਥੱਲੇ ਸਾਰੀਆਂ ਪੈਥੀਆਂ ਹੋਣੀਆਂ ਚਾਹੀਦੀਆਂ ਨੇ, ਔਰ ਸਾਰੀਆਂ ਪੈਥੀਆਂ ਇੱਕ ਦੂਜੇ ਤੋਂ ਸਿੱਖਣ ਓਪਨ ਮਾਈਂਡ ਨਾਲ, ਤਾਂ ਕਿ ਪੇਸ਼ੈਂਟ ਜਿਹੜਾ ਆਵੇ ਉਹਦੇ ਵਾਸਤੇ ਬਹੁਤ ਜ਼ਿਆਦਾ ਰਸਤੇ ਖੁੱਲ੍ਹ ਜਾਣਗੇ। ਜਿਹੜਾ ਮਰੀਜ਼ ਵਿਚਾਰੇ ਨੂੰ ਕੀ ਪਤਾ, ਮਰੀਜ਼ ਤਾਂ ਤੁਹਾਡੇ 'ਤੇ ਫੇਸ ਕਰਕੇ ਆਉਂਦਾ, ਜਿਹੜਾ ਡਾਕਟਰ ਨੂੰ ਚੰਗਾ ਲੱਗੇ ਚਲਾ ਗਿਆ। ਹੁਣ ਉਹ ਡਾਕਟਰ ਗਾਹ ਨੇ ਉਹਨੇ ਖੋਪੇ ਲਾਏ ਹੋਏ ਆ, ਉਹ ਆਪਣੇ ਸਿਸਟਮ ਤੋਂ ਬਾਹਰ ਹੀ ਨਹੀਂ ਸੋਚਦਾ, ਤਾਂ ਮਾਰਿਆ ਗਿਆ ਨਾ ਮਰੀਜ਼। ਤਾਂ ਮਰੀਜ਼ ਫਾਲਤੂ ਦੀਆਂ ਟੌਕਸਿਕ ਦਵਾਈਆਂ ਖਾਈ ਜਾਊਗਾ, ਅਨਨੈਸੈਸਰੀ ਟੈਸਟ ਕਰਾਈ ਜਾਊਗਾ, ਹੋਸਟਲ ਸਰਜਰੀ, ਬਹੁਤ ਸਾਰੇ ਲੋਕ ਸਰਜਰੀਆਂ ਕਰਾ ਲੈਂਦੇ ਆ, ਸਰਜਰੀ ਦੀ ਲੋੜ ਨਹੀਂ ਹੈ ਪਰ ਸਰਜਰੀ ਕਰਾ ਲੈਂਦੇ ਆ। ਤਾਂ ਜੇ ਇਹ ਸਿਸਟਮ ਇਸ ਕਰਕੇ ਹੈ ਕਿ ਅਸੀਂ ਆਪਣੇ ਖੋਪੇ ਉਤਾਰੀਏ ਅਤੇ ਅਸੀਂ ਇੰਟੈਗਰੇਟਡ ਸਿਸਟਮ ਵੱਲ ਸੋਚੀਏ। ਅਤੇ UTI ਉਹਦੀ ਬੜੀ ਕਲਾਸੀਕਲ ਉਦਾਹਰਨ ਹੈ। ਮੈਂ ਆਪਣੀ ਜ਼ਿੰਦਗੀ 'ਚ ਕਿਸੇ UTI ਦੇ ਪੇਸ਼ੈਂਟ ਨੂੰ ਸਫਰ ਨਹੀਂ ਕਰਨ ਦਿੱਤਾ, ਕਿਉਂਕਿ ਮੈਂ ਸ਼ੁਰੂ ਤੋਂ ਹੀ ਉਹਨੂੰ ਕੰਬਾਈਨ ਕਰ ਲੈਂਦਾ ਸੀਗਾ, ਕੁਛ ਹੋਮ ਰੈਮਡੀਜ਼, ਕੁਛ ਆਯੁਰਵੈਦਿਕ ਮੈਡੀਸਨ ਦੇ ਨਾਲ, ਅਤੇ ਐਡੇ ਵੰਡਰਫੁਲ ਰਿਜ਼ਲਟਸ ਨੇ। ਮਤਲਬ ਉਹ ਅੱਛਾ ਆਯੁਰਵੈਦਿਕ ਦਵਾਈ ਤੁਸੀਂ ਇੱਕ ਵਾਰੀ ਵਰਤ ਲਓ, ਮਹੀਨਾ 2 ਮਹੀਨੇ, ਉਸ ਤੋਂ ਬਾਅਦ ਫਿਰ UTI ਸਾਲ 2 ਸਾਲ ਲੰਦੀ ਹੋਈ ਨਹੀਂ ਹੈ। ਬਹੁਤ ਸੈਂਕੜੇ ਮਰੀਜ਼ਾਂ ਦਾ ਐਕਸਪੀਰੀਅੰਸ ਹੈ ਮੇਰਾ, ਕਿ ਜਿਹੜੇ ਮਰੀਜ਼ ਬਿਲਕੁਲ ਮਾਯੂਸ ਹੋ ਕੇ, ਤੰਗ ਹੋ ਕੇ ਆ ਜਾਂਦੇ ਨੇ ਵੀ ਸਾਡੀ ਤਾਂ ਪਿਸ਼ਾਬ ਦੀ ਇਨਫੈਕਸ਼ਨ ਨਹੀਂ ਜਾਂਦੀ। ਮੈਂ ਕਹਿੰਦਾ ਕੋਈ ਚਿੰਤਾ ਹੀ ਨਾ ਕਰੋ, ਤੁਸੀਂ ਮਿੰਟ 10 ਲੱਗਦੇ ਸਾਰੇ, 10 ਦਿਨਾਂ ਬਾਅਦ ਪੇਸ਼ੈਂਟ ਤੰਦਰੁਸਤ ਹੋ ਜਾਂਦਾ। 10 ਦਿਨ ਦੇ ਵਿੱਚ ਹਾਂ, ਕੁਛ ਵੀ ਨਹੀਂ ਹੁੰਦਾ। ਕਰੋਨਿਕ ਮਤਲਬ UTI ਬਹੁਤ ਹੀ ਕਰੋਨਿਕ ਹੀ ਆਉਂਦੀ ਅੱਜ ਕੱਲ੍ਹ ਅਕਿਊਟ UTI ਬਹੁਤ ਘੱਟ ਹੈ, ਕਿਉਂਕਿ ਪਹਿਲੇ ਐਂਟੀਬਾਇਓਟਿਕ ਯੂਜ਼ ਕਰ ਚੁੱਕੇ ਹੁੰਦੇ ਹੋ। ਜਿਹੜੇ ਪਹਿਲੇ ਡਾਕਟਰ ਕੋਲ ਜਾਏਗਾ ਮਰੀਜ਼, ਉਹਨੇ ਪਹਿਲੇ ਸਿੱਧਾ ਐਂਟੀਬਾਇਓਟਿਕ ਰੋਕਣੇ, ਔਰ ਸਟਰੋਂਗ ਤੋਂ ਸਟਰੋਂਗ। ਇਸ ਕਰਕੇ ਅਕਿਊਟ UTI ਤਾਂ ਹੁੰਦੀ ਨਹੀਂ, ਹੁਣ ਕਰੋਨਿਕ ਹੁੰਦੀ ਹੈ, ਔਰ ਬਹੁਤੀ ਵਾਲੀ ਰੈਜ਼ਿਸਟੈਂਟ ਹੁੰਦੀ ਹੈ। ਪਹਿਲਾਂ ਹੀ ਐਂਟੀਬਾਇਓਟਿਕ ਉੱਤੇ ਅਸਰ ਕਰਨਾ ਘੱਟ ਚੁੱਕੇ ਹੁੰਦੇ, ਔਰ ਰਿਜ਼ਰਵ ਐਂਟੀਬਾਇਓਟਿਕ 'ਤੇ ਹੁੰਦਾ ਬੰਦਾ। ਜਦੋਂ ਰੁਲਦਾ ਪਹੁੰਚਦਾ ਨਾ ਬੰਦਾ ਕਈ ਮਹੀਨਿਆਂ ਬਾਅਦ ਜਾਂ ਕਈ ਸਾਲਾਂ ਬਾਅਦ, ਤਾਂ ਪਹਿਲਾਂ ਹੀ ਜਿਹੜੀਆਂ ਫਸਟ ਲਾਈਨ ਸੈਕੰਡ ਲਾਈਨ ਡਰੱਗ ਯੂਜ਼ ਕਰ ਚੁੱਕਾ ਹੁੰਦਾ, ਔਰ ਰਿਜ਼ਰਵ ਡਰੱਗ 'ਤੇ ਹੁੰਦਾ, ਔਰ ਰੈਜ਼ਿਸਟੈਂਟ ਹੁੰਦਾ। ਤਾਂ ਇਸ ਕਰਕੇ ਕਰੋਨਿਕ UTI ਇਸ ਵੇਲੇ ਬਹੁਤ ਵੱਡੀ ਪ੍ਰੋਬਲਮ ਹੈ, ਜਿਹੜੀ ਕਿ ਇੰਟੈਗਰੇਟਡ ਸਿਸਟਮ ਨਾਲ ਬਹੁਤ ਹੀ ਵੰਡਰਫੁਲੀ ਡੀਲ ਕੀਤੀ ਜਾ ਸਕਦੀ ਹੈ। ਮੈਂ ਤੁਹਾਨੂੰ ਇੱਕ ਗੋਲੀ ਦੀ ਉਦਾਹਰਨ ਦੱਸਦਾ, ਇੱਕ ਗੋਲੀ ਹੈ ਨੀਰੀ ਨਾਂ ਦੀ। ਹੁਣ ਮੈਂ ਕੀ ਕਰਦਾ ਸੀ, ਜਦੋਂ ਵੀ ਮੇਰੇ ਕੋਲ ਮਰੀਜ਼ ਆ ਗਿਆ ਤਾਂ ਮੰਨ ਲਓ ਐਂਟੀਬਾਇਓਟਿਕ ਖਾ ਰਿਹਾ ਉਹ ਜਾਂ ਨਹੀਂ ਖਾ ਰਿਹਾ ਤਾਂ ਉਹਨੂੰ ਕਹੋ ਵੀ ਭਾਈ ਸਾਹਿਬ ਤੁਸੀਂ ਕਿੰਨਾ ਖਾ ਲਿਆ, ਹਫ਼ਤਾ ਖਾ ਲਿਆ ਨਾ, 2 ਦਿਨ ਹੋਰ ਖਾ ਲਓ, ਨਾਲ ਨੀਰੀ ਖਾ ਲਓ, ਅਤੇ ਨਾਲ ਇੱਕ ਕੋਈ ਉਹ ਲੈ ਲਓ ਐਲਕਲਾਈਜ਼ਰ ਵੀ ਹਰਬਲ, ਜਿਵੇਂ ਹਿਮਾਲਿਆ ਵਾਲੇ ਦਾ ਰਿਨਾਲਕਾ ਹੈ, ਜੋ ਹਰਬਲ ਐਲਕਲਾਈਜ਼ਰ, ਨੀਰੀ ਟੈਬਲੇਟ 2 ਸੁਬਾਹ ਸ਼ਾਮ, ਅਤੇ ਨਾਲ 2 ਦਿਨ ਐਂਟੀਬਾਇਓਟਿਕ ਜਿਹੜੇ ਖਾ ਰਿਹਾ ਖਾਈ ਜਾ, 2 ਦਿਨ ਖਾ ਲੈ, ਉਸ ਤੋਂ ਬਾਅਦ 2 ਦਿਨ ਬਾਅਦ ਐਂਟੀਬਾਇਓਟਿਕ ਬੰਦ।
ਫਿਰ ਪਸ ਸੈੱਲ 10 ਦਿਨ ਬਾਅਦ ਟੈਸਟ ਕਰਾ ਲਓ। ਜਿੱਦਣ ਪਸ ਸੈੱਲ ਜਦ ਤੱਕ ਪਸ ਸੈੱਲ ਹੈਗੇ, ਜਦ ਤੱਕ 2 ਗੋਲੀਆਂ ਖਾ ਲਓ ਸਵੇਰ ਸ਼ਾਮ, ਤੇ ਜਦੋਂ ਪਸ ਸੈੱਲ ਠੀਕ ਹੋ ਗਏ ਇੱਕ ਗੋਲੀ ਹਿਸਾਬ ਸੋਲੀ ਸਵੇਰ ਸ਼ਾਮ ਖਾਓ, ਤੇ ਉਹਨੂੰ ਫਿਰ ਲੰਬਾ ਕਰਕੇ ਖਾ ਲਓ ਮਹੀਨਾ, ਕੋਈ ਉਹਦਾ ਕੋਈ ਸਾਈਡ ਇਫੈਕਟ ਤਾਂ ਹੈ ਨਹੀਂ, ਬੜੀ ਹਲਕੀ ਫੁਲਕੀ ਦਵਾਈ ਹੈ ਉਹ। ਉਹਦਾ 2 ਗੋਲੀਆਂ ਖਾਣੀਆਂ ਮਹੀਨਾ ਜਾਂ ਨਹੀਂ, 2 ਗੋਲੀਆਂ ਉਦੋਂ ਤੱਕ ਖਾਓ ਜਦੋਂ ਤੱਕ ਪਸ ਸੈੱਲ ਆ ਰਹੇ ਆ। ਜਦੋਂ ਪਸ ਸੈੱਲ ਉਹਨੂੰ ਹਟ ਕੇ ਹੁਣ ਪ੍ਰੀਵੈਂਸ਼ਨ ਕਰਨੀ ਨਾ ਆਪਣੇ ਫਰਦਰ, ਹੁਣ ਕਰਨੀ ਕਿ ਆਪਾਂ ਦੁਬਾਰਾ ਨਾ ਹੋਵੇ ਇਹ, ਤਾਂ ਫਿਰ 1 ਗੋਲੀ ਸਵੇਰ ਸ਼ਾਮ ਬਹੁਤ ਹੈ। 1 ਗੋਲੀ ਸਵੇਰ ਸ਼ਾਮ ਤੁਸੀਂ 6 ਹਫ਼ਤੇ ਖਾ ਲਓ ਮੰਨ ਲਓ, ਉਸ ਤੋਂ ਬਾਅਦ ਦੁਬਾਰਾ ਸਾਲ 2 ਸਾਲ ਹੁੰਦੀ ਹੀ ਨਹੀਂ ਹੈ। ਇੰਨਾ ਕੁ ਕਰਨ ਵਾਲੀ ਜਿਹੜੀ ਹੈ UTI ਇੰਨੀ ਬੜੀ ਸਿੰਪਲ ਔਰ ਸਿੰਪਲ ਹੈ। ਜਿੰਨੇ ਇੰਟੈਗਰੇਟਡ ਮੈਡੀਸਿਨ ਤੁਸੀਂ ਇੱਥੇ ਵੀ ਦੇਖਿਆ ਹੋਣਾ, ਰੋਜ਼ ਦੇਖਦੇ ਹੋ ਆਉਂਦੇ ਹੋ ਮਰੀਜ਼ਾਂ ਨੂੰ, ਠੀਕ ਹੈ, ਜਿਹੜੀਆਂ ਬਿਮਾਰੀਆਂ ਨੂੰ ਬੜਾ ਪਹਾੜ ਬਣਾ ਰੱਖਿਆ ਹੈ, ਸਾਡੇ ਵਾਸਤੇ ਬੜੀਆਂ ਸਿੰਪਲ ਨੇ। ਕਿਉਂ ਕਿ ਅਸੀਂ ਇੰਟੈਗਰੇਟ ਕਰ ਲਿਆ। ਅਸੀਂ ਐਲੋਪੈਥੀ ਵਾਲੀ ਵੀ ਗੱਲ ਜੇ ਕੋਈ ਚੰਗੀ ਲੱਗਦੀ ਉਹ ਵੀ ਯੂਜ਼ ਕਰ ਲੈਂਦੇ ਹਾਂ, ਜੇ ਕੋਈ ਆਯੁਰਵੈਦਿਕ ਵਾਲੀ ਚੰਗੀ ਲੱਗਦੀ ਉਹ ਵੀ ਕਰ ਲੈਂਦੇ ਹਾਂ, ਕੋਈ ਹੋਮ ਰੈਮਡੀ ਉਹ ਵੀ ਚੰਗੀ ਕਰ ਲੈਂਦੇ ਹਾਂ, ਕੋਈ ਨੈਚੁਰੋਪੈਥੀ ਉਹ ਵੀ ਕਰ ਲੈਂਦੇ ਹਾਂ, ਕੋਈ ਕਾੜੇ ਵੀ ਪਿਆਤੇ, ਫੂਡ ਬਾਕੀ ਡਾਈਟ ਖਵਾ ਦਿੰਦੇ ਹਾਂ ਅੱਛੀ। ਉਹ ਜਦੋਂ ਅਸੀਂ ਇੰਟੈਗਰੇਟ ਕਰਦੇ ਹਾਂ ਤਾਂ ਜਿਹੜੀ ਪਹਾੜ ਬਣਿਆ ਹੁੰਦਾ ਐਡੀ ਵੱਡੀ, ਉਹ ਕਿੰਨੀਆਂ ਪਹਾੜ ਬਿਮਾਰੀਆਂ ਨੇ, ਸ਼ੂਗਰ ਆ ਜੀ ਠੀਕ ਨਹੀਂ ਹੁੰਦੀ, ਕਹਿੰਦੇ ਜੀ ਉਹ ਬਣ ਜਾਏਗਾ ਜੀ ਕੈਪੀਟਲ ਆਫ ਦੁਨੀਆ ਦਾ ਕੈਪੀਟਲ ਬਣ ਰਿਹਾ ਹਿੰਦੁਸਤਾਨ। ਉਹ ਬੜੇ ਡਰਾ ਰਹੇ ਆ ਕੰਕੜੇ, ਵੱਡੇ ਜਿਹੜੇ ਮਾਹਰ ਡਾਕਟਰ ਨੇ ਉਹ ਅੰਕੜੇ ਦੇ ਕੇ ਡਰਾ ਰਹੇ ਆ ਵੀ ਇਹ ਦੁਨੀਆ ਦਾ ਜੀ ਕੈਪੀਟਲ ਬਣ ਰਿਹਾ ਹਿੰਦੁਸਤਾਨ। ਕੁਛ ਵੀ ਨਹੀਂ। ਜਦੋਂ ਤੁਸੀਂ ਇੰਟੈਗਰੇਟ ਕਰਦੇ ਹੋ ਤਾਂ ਇਹਦੇ ਵੰਡਰਫੁਲ ਰਿਜ਼ਲਟਸ ਨੇ ਕਿ ਤੁਸੀਂ UTI ਦੀ ਬੜੀ ਕਲਾਸੀਕਲ ਦਾ ਐਗਜ਼ਾਮਪਲ ਹੈ। UTI ਤੁਸੀਂ ਇੰਟੈਗਰੇਟਡ ਸਿਸਟਮ ਨਾਲ ਡੀਲ ਕਰੋ। ਅੱਛਾ, ਉਸ ਤੋਂ ਇਲਾਵਾ ਤੁਸੀਂ ਦੇਖੋ ਤੁਹਾਡੇ ਕੋਲ ਕਾੜੇ ਹੈ ਬਹੁਤ ਵੰਡਰਫੁਲ ਨੇ, ਤੁਹਾਡੇ ਕੋਲ ਗਲੋ ਹੈ, ਤੁਲਸੀ ਹੈ, ਹਲਦੀ ਹੈ, ਲਸਣ ਹੈ, ਜਿੰਜਰ ਹੈ, ਸੁੰਡ ਹੈ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਤੁਹਾਡੀ ਇਮਿਊਨਿਟੀ ਨੂੰ ਇੰਨਾ ਵਧੀਆ ਬੂਸਟ ਕਰਦੀਆਂ ਨੇ ਕਿ ਤੁਹਾਡੀ UTI ਸਭ ਉੱਡ ਜਾਂਦੀਆਂ ਨੇ। ਕੋਈ ਵੀ ਕਰੋਨਿਕ ਇਨਫੈਕਸ਼ਨ ਨਹੀਂ ਟਿਕਦੀ। ਔਰ ਇੱਕ ਚੀਜ਼ਾਂ ਨਹੀਂ ਇਕੱਲੀ UTI ਨਹੀਂ ਹੈਗੀ, ਨੀਰੀ ਤਾਂ ਚਲੋ UTI ਵਾਸਤੇ ਨਾ ਸਪੈਸੀਫਿਕਲੀ, ਲੇਕਿਨ ਜਿਹੜੇ ਜਨਰਲ ਬਾਅਦ 'ਚ ਮੈਂ ਬੋਲੇ ਆ ਕਾੜੇ ਹੈ ਜਾਂ ਜਿਹੜਾ ਫੂਡ ਅੱਛਾ ਖਾਣਾ ਨੈਚੁਰੋਪੈਥੀ ਵਾਲੇ, ਇਹ ਸਾਰੀਆਂ ਕਰੋਨਿਕ ਇਨਫੈਕਸ਼ਨ 'ਚ ਇੰਪਲੀਮੈਂਟ ਹੁੰਦੇ। ਜ਼ਿਆਦਾਤਰ ਕਰੋਨਿਕ ਜ਼ੁਕਾਮ ਹੈ, ਪੁਰਾਣਾ ਜ਼ੁਕਾਮ ਹੈ ਤਾਂ ਵੀ ਠੀਕ ਹੋ ਜਾਏਗਾ। ਜੇ ਤੁਹਾਨੂੰ ਲਕੋਰੀਆ ਹੁੰਦਾ ਉਹ ਵੀ ਠੀਕ ਹੋ ਜਾਏਗਾ। ਜੇ ਤੁਹਾਨੂੰ ਪੇਟ ਦੀ ਪੁਰਾਣੀ ਇਨਫੈਕਸ਼ਨ ਉਹ ਵੀ ਠੀਕ ਹੋ ਜਾਏਗੀ। ਜੇ ਤੁਹਾਡੀ ਕੋਈ ਚਮੜੀ ਦੀ ਪੁਰਾਣੀ ਇਨਫੈਕਸ਼ਨ ਉਹ ਵੀ ਠੀਕ ਹੋ ਜਾਏਗੀ। ਸਿੰਪਲ ਜਿਹੇ ਸੋਲੂਸ਼ਨ ਨੇ, ਉਹਨਾਂ ਦੀ ਕੋਈ ਰੈਜ਼ਿਸਟੈਂਸ ਨਹੀਂ ਹੁੰਦੀ। ਨਾਲੇ ਕੁਦਰਤ ਦੀ ਬੜੀ ਕਮਾਲ ਦੀ ਚੀਜ਼ ਹੈ ਕਿ ਕੁਦਰਤ ਨੇ ਜਿਹੜੇ ਨੇਚਰ ਦੇ ਪ੍ਰੋਡਕਟ ਬਣਾਏ ਆ ਉਹਨਾਂ ਨੂੰ ਕੋਈ ਰੈਜ਼ਿਸਟੈਂਸ ਨਹੀਂ ਹੁੰਦੀ। ਉਹਨਾਂ ਨੂੰ ਕੋਈ ਬੈਕਟੀਰੀਆ ਬਾਈਪਾਸ ਨਹੀਂ ਕਰ ਸਕਦਾ, ਕਿਉਂਕਿ ਉਹਦੇ 'ਚ ਮਲਟੀਪਲ ਚੀਜ਼ਾਂ ਨੇ, ਸਿੰਗਲ ਸਾਲਟ ਨਹੀਂ ਹੈ ਉਹ 'ਚ। ਕੁਦਰਤ ਨੇ ਇੱਕ ਸਾਲਟ ਨੂੰ ਸਪੋਰਟ ਕਰਨ ਲਈ ਨਾਲ 10 ਚੀਜ਼ਾਂ ਹੋਰ ਪਾ ਰੱਖੀਆਂ ਨੇ। ਤਾਂ ਉਸ ਕੁਦਰਤ ਵੱਲ ਨਹੀਂ ਦੇਖਦੇ ਅਸੀਂ ਕੁਦਰਤ ਜਿਹੜੀ ਐਡੀ ਗ੍ਰੇਟ ਹੈ ਕਿ ਉਹਨੇ ਜਿਹੜਾ ਜੀਵ ਆਪਣਾ ਪੈਦਾ ਕੀਤਾ ਹੁੰਦਾ ਉਹਦੇ ਜੀਵ ਦੀ ਰੱਖਿਆ ਲਈ ਉਹਨੇ ਸਾਰਾ ਸਾਧਨ ਕੀਤੇ ਹੁੰਦੇ ਆ। ਤਾਂ ਉਹਨਾਂ ਸਾਧਨਾਂ ਵੱਲ ਅਸੀਂ ਦੇਖਦੇ ਨਹੀਂ ਹਾਂ। ਅਸੀਂ ਆਪਣੇ ਖੋਪੇ ਲਾ ਰੱਖੇ ਆ, ਅਤੇ ਉਹ ਖੋਪਿਆਂ 'ਚ ਜਦੋਂ ਅਸੀਂ ਦੇਖਦੇ ਹਾਂ ਤਾਂ ਫਿਰ ਸਾਨੂੰ ਇਕੱਲੇ ਕੈਮੀਕਲ ਬੇਸ ਦਵਾਈਆਂ ਦਿਖਦੀਆਂ ਨੇ। ਉਹ ਕੈਮੀਕਲ ਬੇਸ ਦਵਾਈਆਂ ਜਿਹੜੀਆਂ ਨੇ ਇਸ ਵੇਲੇ ਮਨੁੱਖਤਾ ਲਈ ਕੁਛ ਪੱਖਾਂ ਤੋਂ ਇੱਕ ਸਰਾਪ ਬਣ ਚੁੱਕੀਆਂ ਨੇ। ਇੱਥੇ ਮਰੀਜ਼ ਆਉਂਦੇ ਆ 20 ਦਵਾਈਆਂ ਖਾ ਰਹੇ ਆ, ਕੋਈ ਲੋੜ ਨਹੀਂ ਹੁੰਦੀ, ਕੁਛ ਨਹੀਂ ਹੁੰਦਾ। ਅਸੀਂ ਰੋਜ਼ ਇੱਕ ਦੋ ਮਰੀਜ਼ ਇਹੋ ਜਿਹੇ ਆਉਂਦੇ ਆ ਜਿਹੜੇ ਅਸੀਂ ਤਾਂ ਕਹਿੰਦੇ ਹੌਲੀ ਹੌਲੀ ਛੱਡਿਓ, ਉਹ ਇੱਕਦਮ ਛੱਡ ਕੇ ਆ ਕੇ ਕਦੇ ਦਵਾਈ ਤਾਂ ਬੰਦ ਹੋ ਗਈ, ਸਾਰੀ ਦਵਾਈ ਬੰਦ ਹੋ ਗਈ ਤਾਂ ਅਸੀਂ ਠੀਕ ਠਾਕ। ਰੋਜ਼ ਇੱਕ ਦੋ ਮਰੀਜ਼ ਇਹੋ ਜਿਹੇ ਆਉਂਦੇ ਆ ਜਿਹੜੀ ਸਾਡੀ ਵੀ ਨਹੀਂ ਸੁਣਦੇ। ਉਹ ਕਹਿੰਦੇ ਨਹੀਂ ਸ਼ੂਗਰ ਡੋਸਾ ਲਾਉਣ ਚਲੇ ਗਈ ਸੀ, ਮੈਂ ਸੋਚਿਆ ਸਾਰੀਆਂ ਬੰਦ ਕਰ ਦਿਓ, ਸੋ ਸਾਰੀਆਂ ਬੰਦ ਕਰਕੇ ਆ ਜਾਂਦੇ ਹਫ਼ਤੇ ਬਾਅਦ ਹੀ, ਹਫ਼ਤੇ 2 ਹਫ਼ਤੇ ਬਾਅਦ ਉਹ ਠੀਕ ਠਾਕ ਹੁੰਦੇ ਆ। ਸੋ ਕੁਦਰਤ ਦੀ ਆਪਣੀ ਇੱਕ ਭਾਸ਼ਾ ਹੈ। ਕੁਦਰਤ ਸਾਡੇ ਲਈ, ਕੁਦਰਤ ਸਾਡੀ ਮਾਂ ਹੈ, ਅਤੇ ਮਾਂ ਕੋਲੇ ਸਭ ਹੱਲ ਹੁੰਦੇ ਆ। ਤਾਂ ਮਾਂ ਵੱਲ ਅਸੀਂ ਦੇਖਣਾ ਬੰਦ ਕਰ ਦਿੰਦੇ ਹਾਂ। ਅਸੀਂ ਮੈਨ ਮੇਡ ਜਿਹੜੇ ਕੈਮੀਕਲ ਨੇ ਓਡੇ ਮਹਿੰਗੇ ਅਤੇ ਐਡੇ ਟੌਕਸਿਕ ਉਹਨਾਂ ਵੱਲ ਚੱਕੀ ਜਾਂਦੇ ਹਾਂ। ਉਹਦੇ ਗਾਂ ਸਾਈਡ ਇਫੈਕਟਸ ਨੇ, ਉਹਦੀਆਂ 50 ਕਿਸਮ ਦੀਆਂ ਹੋਰ ਪ੍ਰੋਬਲਮ ਨੇ। ਸੋ ਉਹਦੇ ਨਾਲ ਉਹ ਠੀਕ ਹੈ, ਉਹਨਾਂ ਨੂੰ ਵਰਤੋ। ਮੈਂ ਨਹੀਂ ਕਹਿ ਰਿਹਾ ਕਿ ਉਹ ਮਾੜੇ ਹੈ, ਉਹਨਾਂ ਨੂੰ ਵਰਤੋ। ਜੇ ਕੋਈ ਮਜਬੂਰੀ ਹੈਗੀ ਤਾਂ ਕੁਛ ਚਿਰ ਲਈ ਵਰਤੋ, ਸੀਮਤ ਜਿਹਾ, ਅਤੇ ਮੁੜ ਕੇ ਦੇਖੋ ਵੀ ਕੁਦਰਤ 'ਚ ਹੋਰ ਹੱਲ ਕੁਦਰਤੀ ਕਿਹੜੇ ਨੇ, ਕੁਦਰਤੀ ਹੱਲ ਨਾਲ ਅਡਾਪਟ ਕਰੋ ਤਾਂ ਫਿਰ ਵੰਡਰਫੁਲ ਰਿਜ਼ਲਟਸ ਆਉਂਦੇ ਆ। ਔਰ UTI ਮੈਂ ਸਮਝਦਾ ਉਹਦੀ ਬਹੁਤ ਹੀ ਇੱਕ ਸ਼ਾਈਨਿੰਗ ਐਗਜ਼ਾਮਪਲ ਹੈ, ਜਿਹਦੇ 'ਚ ਕਿ ਤੁਸੀਂ ਸਾਹਮਣੇ ਕਿਸੇ ਵੀ ਬੰਦੇ ਸਾਹਮਣੇ ਪ੍ਰੂਵ ਕਰ ਸਕਦੇ। ਮੇਰੇ ਕੋਲ ਕੋਈ UTI ਦਾ ਪੇਸ਼ੈਂਟ ਲਿਆਓ, 10 ਦਿਨ ਤੋਂ ਵੱਧ ਨਹੀਂ ਉਹਦੀ UTI ਟਿਕੇਗੀ, ਔਰ ਮੁੜ ਕੇ ਹੋਏਗੀ ਨਹੀਂ। ਮੈਂ ਤੁਹਾਨੂੰ ਗਰੰਟੀ ਦਿੰਦਾ ਕਿ UTI ਦਾ ਕੋਈ ਪੇਸ਼ੈਂਟ ਨਿਖੇਧ ਤੋਂ ਨਿਖੇਧ ਆ ਜਾਵੇ ਮੇਰੇ ਕੋਲ ਜਿਹਦੀ ਨਹੀਂ ਜਾ ਰਹੀ, ਤਾਂ UTI 10 ਦਿਨ ਤੋਂ ਵੱਧ ਨਹੀਂ ਟਿਕ ਸਕਦੀ, ਕਿਉਂਕਿ ਮੈਂ ਉਹਨੂੰ ਕੰਬਾਈਨ ਕਰ ਦੇਣਾ। ਮੈਂ ਉਹਨੂੰ ਗੁੱਡ ਡਾਈਟ ਵੀ ਦੇਣੀ ਹੈ, ਮੈਂ ਉਹਨੂੰ 2 ਦਿਨ 2 ਕਾੜੇ ਵੀ ਦੇ ਦੇਣੇ ਆ, ਮੈਂ ਉਹਨੂੰ ਨਾਲ ਨੀਰੀ ਵੀ ਦੇ ਦੇਣੀ ਹੈ, ਮੈਂ ਉਹਨੂੰ ਨਾਲ ਦੇਸੀ ਹਰਬਲ ਉਹ ਐਲਕਲਾਈਜ਼ਰ ਵੀ ਪਾ ਦੇਣਾ। ਕੁਛ ਨਾਲ ਉਹਨੂੰ ਹੋਰ ਚੀਜ਼ਾਂ ਦੱਸ ਦਾਂਗੇ ਇਮਿਊਨਿਟੀ ਇੰਪਰੂਵ ਕਰਨੀਆਂ, ਵੀ ਧੁੱਪੇ ਵੀ ਬੈਠਾ ਕਰ, ਕੋਈ ਵਰਜਿਸ਼ ਵੀ ਕਰਿਆ ਕਰ। ਤਾਂ ਇਹ ਜਿਹੜੀਆਂ ਚੀਜ਼ਾਂ ਨੇ ਇਹ ਸਾਰੀਆਂ ਜਦੋਂ ਕੰਬਾਈਨ ਕਰਦੇ ਆ ਤਾਂ ਵੰਡਰਫੁਲ ਰਿਜ਼ਲਟਸ ਆਉਂਦੇ ਆ। ਬੰਦਾ ਮਤਲਬ ਮਰੀਜ਼ ਦਾ ਹੈਰਾਨ ਹੁੰਦਾ, ਜਿਹੜਾ ਇਲਾਜ ਕਰਨ ਵਾਲਾ ਬੰਦਾ ਖੁਦ ਵੀ ਹੈਰਾਨ ਰਹਿ ਜਾਂਦਾ। ਅਸੀਂ ਆਪ ਹੈਰਾਨ ਰਹਿ ਜਾਂਦੇ ਹਾਂ ਵੀ ਹੱਦ ਹੋ ਗਈ। ਅਸੀਂ ਤਾਂ ਸੋਚਦੇ ਵੀ ਇਹ ਇੰਨਾ ਟਾਈਮ ਲੱਗੂਗਾ ਠੀਕ ਹੋਣ ਲੱਗਿਆ, ਉਹ ਤਾਂ ਠੀਕ ਹੋ ਗਈ, ਹਫ਼ਤੇ ਵਿੱਚ ਠੀਕ ਹੋ ਗਈ। ਤਾਂ ਇਸ ਕਰਕੇ ਜਿਹੜਾ ਇੰਟੈਗਰੇਟਡ ਸਿਸਟਮ ਹੈ, ਮੈਂ ਸਮਝਦਾ ਜੀ ਇਹਦਾ ਜਿਹੜਾ ਅੱਜ ਦਾ ਯੁੱਗ ਹੈ ਇਹ ਹੈ ਕਿ ਅਸੀਂ ਇੰਟੈਗਰੇਟਡ ਸਿਸਟਮ ਵੱਲ ਆਈਏ, ਹਰ ਸਿਸਟਮ ਦੀਆਂ ਚੰਗੀਆਂ ਗੱਲਾਂ ਲਈਏ, ਉਹਨਾਂ ਨੂੰ ਕੰਬਾਈਨ ਕਰੀਏ, ਉਹਨਾਂ ਨੂੰ ਇੱਕ ਛੱਤ ਥੱਲੇ ਲੈ ਕੇ ਆਈਏ, ਤਾਂ ਕਿ ਸਾਡੀ ਜਿਹੜੀ ਮਨੁੱਖਤਾ ਦੀਆਂ ਜਿਹੜੀਆਂ ਵੱਡੀਆਂ ਸਿਹਤ ਸਮੱਸਿਆਵਾਂ ਖੜੀਆਂ ਹੋ ਰਹੀਆਂ ਨੇ ਉਹ ਸਿੰਪਲ ਹੋਣ,
ਔਰ ਬੜੇ ਸਿੰਪਲ ਢੰਗ ਦੇ ਨਾਲ ਡੀਲ ਹੋਣ। ਡਾਕਟਰ ਸਾਹਿਬ ਤੁਸੀਂ ਸ਼ੁਰੂਆਤ ਦੇ ਵਿੱਚ ਦੱਸਿਆ ਕਿ UTI ਜਿਹੜੀ ਇੱਕ ਅਜਿਹੀ ਪ੍ਰੋਬਲਮ ਹੈ ਜਿਹੜੀ ਪਿਸ਼ਾਬ ਨਾਲ ਸੰਬੰਧਿਤ ਹੁੰਦੀ ਹੈ, ਗੁਰਦਿਆਂ ਤੋਂ ਲੈ ਕੇ ਪਿਸ਼ਾਬ ਤੱਕ ਜਿਹੜੀ ਸਿਸਟਮ ਹੈਗਾ ਉਹਦੇ ਨਾਲ ਸੰਬੰਧਿਤ ਹੁੰਦੀ ਹੈ। ਅਤੇ UTI ਜਦੋਂ ਮਤਲਬ ਕਰੋਨਿਕ ਪੋਜੀਸ਼ਨ 'ਚ ਪਹੁੰਚ ਜਾਂਦੀ ਹੈ ਤਾਂ ਕੀ ਇਹ ਗੁਰਦਿਆਂ ਨੂੰ ਵੀ ਨੁਕਸਾਨ ਪਹੁੰਚਾਉਂਦੀ ਹੈ? ਮੈਂ ਤਾਂ ਇਹ ਸੁਣਿਆ ਵੀ ਗੁਰਦਿਆਂ ਦੀ ਪੱਥਰੀ ਵੀ ਜਿਹੜੀ ਹੈ ਉਹਦੇ ਨਾਲ ਹੋ ਜਾਂਦੀ ਹੁੰਦੀ ਹੈ। ਬਿਲਕੁਲ ਬਿਲਕੁਲ ਸਹੀ ਕਿਹਾ ਤੁਸੀਂ। ਜਦੋਂ ਵੀ ਪੱਥਰੀ ਕਿਹੜੀ ਚੀਜ਼ ਬਣਦੀ ਹੈ? ਪੱਥਰੀ ਉਦੋਂ ਬਣੇਗੀ ਜਦੋਂ ਕੋਈ ਚੀਜ਼ ਜਿਹੜੀ ਕਿ ਪਿਸ਼ਾਬ 'ਚ, ਜਿਵੇਂ ਆਪਾਂ ਗਲਾਸ 'ਚ ਹੈ ਕੋਈ ਇਹੋ ਜਿਹੀ ਚੀਜ਼ ਪਾ ਦਈਏ ਜਿਹੜੀ ਕਿ ਜੰਮ ਸਕਦੀ ਥੱਲੇ, ਤਾਂ ਉਹ ਜਾ ਕੇ ਜੰਮੀ ਜਾਏਗੀ, ਫਿਰ ਉਹ ਸਖਤ ਹੋ ਜਾਏਗੀ, ਫਿਰ ਪੱਥਰੀ ਬਣ ਜਾਏਗੀ। ਉਹ ਪੱਥਰੀ ਕਦੇ ਬਣੀ ਬਣਾਈ ਥੋੜ੍ਹਾ ਹੁੰਦੀ ਹੈ। ਪੱਥਰੀ ਪਹਿਲਾਂ ਇੱਦਾਂ ਹੀ ਕੁਛ ਬੈਕਟੀਰੀਆ ਹੋਣਗੇ, ਕੁਛ ਬੈਕਟੀਰੀਆ ਤੋਂ ਜਦੋਂ ਸਰੀਰ ਲੜ ਰਿਹਾ ਉਹਨੇ ਪਸ ਸੈੱਲ ਪੈਦਾ ਕੀਤੇ, ਉਹਦੇ ਨਾਲ ਕੋਈ ਕੈਲਸ਼ੀਅਮ ਜੁੜ ਗਿਆ, ਕੋਈ ਕੋਲੈਸਟਰੋਲ ਜੁੜ ਗਿਆ, ਉਹਨੇ ਇੱਕ ਨਿੱਕਾ ਜਿਹਾ ਕੰਕਰ ਜਿਹਾ ਬਣਾਤਾ, ਉਹ ਕੰਕਰ ਜਿਹਾ ਇੱਕ ਥਾਂ 'ਤੇ ਟਿਕ ਗਿਆ ਕਿਤੇ ਜਾ ਕੇ, ਉਸ ਕੰਕਰ 'ਤੇ ਹੋਰ ਕੰਕਰ ਜੰਮੀ ਜਾਣਗੇ, ਥੋੜ੍ਹਾ ਹੋਰ ਵੱਡਾ ਹੋ ਜਾਊਗਾ, ਫਿਰ ਥੋੜ੍ਹਾ ਹੋਰ ਵੱਡਾ ਹੋ ਜਾਊ, ਥੋੜ੍ਹਾ ਹੋਰ ਇਹੋ ਜਿਹੀਆਂ ਪੱਥਰੀਆਂ ਬਣ ਜਾਂਦੀਆਂ, ਸਾਰੇ ਗੁਰਦੇ 'ਚ ਫੈਲ ਜਾਂਦੀਆਂ ਨੇ। ਉਹ ਗੁਰਦੇ ਨਹੀਂ, UTI ਸ਼ੁਰੂਆਤ UTI ਹੋ ਸਕਦੀ ਹੈ, UTI ਵੀ ਹੋ ਸਕਦੀ ਹੈ, ਲੇਕਿਨ ਬਹੁਤ ਸਾਰੇ ਜਿਹੜੇ ਹੋਰ ਕਾਰਨ ਵੀ ਨੇ ਕਿ ਜਿਹੜੇ ਪਾਣੀ ਨੇ ਘੱਟ ਪੀਣਾ ਇੱਕ ਕਾਰਨ ਹੋ ਸਕਦਾ ਹੈ। ਪਾਣੀ ਘੱਟ ਪੀਂਦੇ ਆ ਲੋਕ, ਗਰਮੀਆਂ ਦੇ ਜਿੱਥੇ ਗਰਮੀ ਜ਼ਿਆਦਾ ਹੁੰਦੀ ਉੱਥੇ ਜ਼ਿਆਦਾ ਚਾਂਸਸ ਹੋਣਗੇ, ਕਿਉਂਕਿ ਪਿਸ਼ਾਬ ਜਿਹੜਾ ਜਿੰਨਾ ਗਾੜਾ ਹੋਏਗਾ ਉਨੇ ਉਹਦੇ ਪੱਥਰੀਆਂ ਬਣਨ ਦੀ ਸੰਭਾਵਨਾ ਹੋਊਗੀ। ਇਸ ਨਾਲ UTI ਵੀ ਕਾਰਨ ਹੋ ਸਕਦੀ ਹੈ, ਕਿਉਂਕਿ ਜੇਕਰ UTI ਹੈਗੀ ਆ ਤਾਂ ਪੱਥਰੀਆਂ ਬਣਨ ਦੇ ਚਾਂਸਸ ਜ਼ਿਆਦਾ ਹੋ ਜਾਣਗੇ। ਉਲਟਾ ਵੀ ਹੈ ਕਿ ਜੇ ਪੱਥਰੀ ਹੈ ਤਾਂ UTI ਵੀ ਨਾਲ ਹੋ ਸਕਦੀ ਹੈ, ਸੋ ਪੱਥਰੀ ਕਰਕੇ ਵੀ UTI ਹੋ ਸਕਦੀ ਹੈ। ਤਾਂ ਇਸ ਕਰਕੇ ਇਹ ਤੁਸੀਂ ਠੀਕ ਕਹਿ ਰਹੇ ਹੋ ਕਿ ਪੱਥਰੀ ਜਿਹੜੀ ਇਹ ਪੱਥਰੀ ਵੀ ਬਣਾਉਂਦੀ ਹੈ। ਅਤੇ ਉਸ ਤੋਂ ਬਾਅਦ ਕੀ ਕਰਦੀ ਹੈ ਕਿ ਜਿਹੜੀ UTI ਹੁੰਦੀ ਆ ਇਹ ਗੁਰਦਿਆਂ ਲਈ ਅਤੇ ਸਾਰੇ ਸਿਸਟਮ ਲਈ ਬਹੁਤ ਵੱਡਾ ਇੱਕ ਨੁਕਸਾਨ ਕਰਦੀ ਹੈ, ਔਰ ਉਹਨੂੰ ਫੇਲ ਹੋਣ ਤੱਕ ਲੈ ਕੇ ਜਾ ਸਕਦੀ ਹੈ। ਬਿਲਕੁਲ ਫੇਲ ਕਰ ਸਕਦੀ ਹੈ। ਨਹੀਂ ਇਸ ਗੱਲ ਨੂੰ ਕਹਿਣਾ ਕਿਉਂਕਿ ਇਕੱਲੀ UTI ਗੁਰਦੇ ਫੇਲ ਨਹੀਂ ਕਰਦੀ, ਜਿਹੜੀ ਆਮ ਤੌਰ 'ਤੇ ਕੋਈ ਨਾ ਕੋਈ ਹੋਰ ਨਾਲ ਕਾਰਨ ਹੋਵੇ ਤਾਂ ਹੀ ਕਰਦੀ ਹੈ, ਕਿਉਂਕਿ ਇਕੱਲੀ UTI ਤਾਂ ਫਿਰ ਸਰੀਰ ਲੜ ਲੈਂਦਾ ਉਹਦੇ ਨਾਲ। ਲੇਕਿਨ ਇਹਦੇ 'ਚ ਇਹ ਕਹਿਣਾ ਬੜਾ ਔਖਾ ਕਿ ਕਿੰਨੇ ਚਿਰ 'ਚ ਕਰੇਗੀ, ਕਿਉਂਕਿ ਹਰ ਮਰੀਜ਼ ਅਲੱਗ-ਅਲੱਗ ਹੈ, ਮਰੀਜ਼ ਅਲੱਗ-ਅਲੱਗ ਡਿਪੈਂਡ ਕਰੇਗਾ। ਲੇਕਿਨ ਇਹ ਪੱਕਾ ਗੱਲ ਹੈ ਕਿ UTI ਟਰੀਟ ਕਰਨੀ ਬਹੁਤ ਜ਼ਰੂਰੀ ਹੈ, ਕਿਉਂਕਿ UTI ਆਪਾਂ ਟਰੀਟ ਨਹੀਂ ਕਰਾਂਗੇ ਤਾਂ ਉਹਦੀਆਂ ਬਹੁਤ ਸਾਰੀਆਂ ਕੰਪਲੀਕੇਸ਼ਨ ਨੇ। ਪਹਿਲੀ ਗੱਲ ਤਾਂ ਮਰੀਜ਼ ਨੂੰ ਕਰੋਨਿਕ ਸਿੱਕ ਰਹੇਗਾ, ਉਹ ਅੱਧਾ ਜਿਉਂਦਾ ਅੱਧਾ ਮਰੇ ਦੀ ਸਥਿਤੀ ਫਿਰਦਾ ਰਹਿੰਦਾ, ਅਤੇ ਫਿਰ ਉਹਨੂੰ ਹੋਰ ਤਕਲੀਫਾਂ ਰਹਿਣਗੀਆਂ, ਭੁੱਖ ਨਹੀਂ ਲੱਗੇਗੀ, ਉਹਦੀਆਂ ਅੱਗੇ ਦੇ ਅੱਗੇ ਇੱਕ ਤੋਂ ਬਾਅਦ ਇੱਕ ਬਿਮਾਰੀ ਹੋਰ ਇਨਵਾਈਟ ਕਰੇਗਾ, ਕਿਉਂਕਿ ਸਰੀਰ ਕਮਜ਼ੋਰ ਹੋ ਗਿਆ ਤਾਂ ਉਹ ਵੀ ਹੋਏਗਾ। ਫਿਰ ਉਹਦੇ ਪੱਥਰੀ ਬਣਨ ਦੀ ਸੰਭਾਵਨਾ ਵੀ ਹੈ। ਫਿਰ ਹੌਲੀ ਹੌਲੀ ਜਦੋਂ ਸਿਸਟਮ ਉਹਦਾ ਡੈਮੇਜ ਹੋ ਗਿਆ, ਯੂਰਿਨਰੀ ਟ੍ਰੈਕਟ ਦਾ ਸਿਸਟਮ, ਤਾਂ ਉਹ ਜਿਹੜੇ ਨੇ ਉਹ ਫਿਰ ਫੇਲ ਹੋਣ ਵੱਲ ਵੀ ਜਾ ਸਕਦਾ। ਤਾਂ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ। ਅੱਛਾ, ਦੂਜੀ ਗੱਲ ਜਿਹੜੀ ਹੈ ਜਿਵੇਂ UTI, ਤਾਂ ਉਹਨੇ ਜਦੋਂ ਪਿਸ਼ਾਬ ਦਾ ਜਿਹੜਾ ਸਿਸਟਮ ਹੈ ਉਹ ਉਹਦੇ ਅੰਦਰ ਛਾਲੇ ਹੋ ਜਾਣਗੇ ਨਾ, ਤਾਂ ਉਹ ਛਾਲੇ ਹੋਣਗੇ ਤਾਂ ਉੱਥੇ ਵੀ ਪੱਥਰੀ ਬਣ ਸਕਦੀ ਹੈ, ਉੱਥੇ ਪੱਥਰੀ ਬਣਨ ਦੇ ਚਾਂਸ ਜ਼ਿਆਦਾ ਹੋ ਜਾਣਗੇ, ਕਿਉਂਕਿ ਜਿਹੜੀ ਤਾਂ ਹੈਲਦੀ ਐਪੀਥੀਲੀਅਮ ਹੈ ਉਹ ਤਾਂ ਉਹਨੂੰ ਨਹੀਂ ਜੰਮਣ ਦੇਗੀ। ਲੇਕਿਨ ਜੇ ਹੈਲਦੀ ਨਹੀਂ ਹੈ, ਜੇ ਉੱਥੇ ਫੋੜਾ ਬਣਿਆ ਹੋਇਆ ਤਾਂ ਉੱਥੇ ਕੋਈ ਨਾ ਕੋਈ ਜਾ ਕੇ ਚਿਪਕੇਗੀ, ਕੋਈ ਕੰਕਰ ਪੱਥਰ, ਕੈਲਸ਼ੀਅਮ ਮੈਗਨੀਸ਼ੀਅਮ, ਕੋਈ ਕੋਲੈਸਟਰੋਲ, ਉੱਥੇ ਪੱਥਰੀ ਬਣਨੀ ਸ਼ੁਰੂ ਹੋ ਜਾਏਗੀ। ਤਾਂ ਇਸ ਕਰਕੇ UTI ਨੂੰ ਟਰੀਟ ਕਰਨਾ ਬਹੁਤ ਜ਼ਰੂਰੀ ਹੁੰਦਾ। UTI ਆਪਾਂ ਟਰੀਟ ਨਹੀਂ ਕਰਾਂਗੇ ਤਾਂ ਬਹੁਤ ਜ਼ਿਆਦਾ ਕੰਪਲੀਕੇਸ਼ਨ ਹੋਣਗੀਆਂ ਉਹਦੀਆਂ। ਡਾਕਟਰ ਸਾਹਿਬ ਹੁਣ ਆਪਾਂ ਆਈਏ ਡਾਈਟ ਵੱਲ। ਅਕਸਰ ਆਪਾਂ ਇੱਕ ਗੱਲ ਕਰਦੇ ਹਾਂ ਕਿ ਜਿਹੜੇ ਮਿਲਟਸ ਨੇ ਇਹ ਦਵਾਈ ਦਾ ਕੰਮ ਕਰਦੇ ਨੇ। ਮਿਲਟਸ ਦੇ ਨਾਲ ਆਪਾਂ ਹਰ ਤਰ੍ਹਾਂ ਦੀ ਦਵਾਈ, ਹਰ ਤਰ੍ਹਾਂ ਦੀ ਬਿਮਾਰੀ ਨੂੰ ਵੱਖ-ਵੱਖ ਤਰੀਕੇ ਦੇ ਨਾਲ ਜਿਹੜਾ ਉਹ ਟਰੀਟ ਕਰ ਸਕਦੇ ਹੁੰਦੇ ਹਾਂ। UTI ਦੇ ਵਿੱਚ ਮਿਲਟਸ ਦਾ ਕੀ ਰੋਲ ਰਹਿੰਦਾ? ਇਸ ਨਾਲ ਇਹਨੂੰ ਆਪਾਂ ਕਿਸ ਤਰੀਕੇ ਨਾਲ ਮਿਲਟਸ ਦੇ ਨਾਲ ਆਪਾਂ ਇਹਨੂੰ UTI ਟਰੀਟ ਕਰ ਸਕਦੇ? ਨਹੀਂ, UTI ਨੂੰ ਉੱਦਾਂ ਆਪਾਂ ਦਵਾਈ ਵਾਂਗੂ ਨਾ ਸੋਚੀਏ, ਹਾਲਾਂਕਿ ਦਵਾ ਗੁਣ ਨੇ ਉਹਦੀ ਦਵਾ ਗੁਣ ਨੇ, ਜਿਹੜੀ ਦਵਾ ਗੁਣ ਨੇ, ਬਿਲਕੁਲ ਦਵਾ ਗੁਣ ਨੇ। ਉਹਦੇ 'ਚ ਕੁਟਕੀ, ਫਾਰ ਐਗਜ਼ਾਮਪਲ, ਕੁਟਕੀ ਜਿਹੜੀ ਹੈ ਇਹੋ ਜਿਹੇ ਕੰਮਾਂ ਲਈ ਬਹੁਤ ਆਲਾ ਮੰਨੀ ਜਾਂਦੀ ਹੈ। ਜਿਹੜੀ ਕੋਦਰਾ ਜਿਹੜਾ ਉਹ ਵੀ ਜਿਹੜੀ ਬਲੱਡ ਦੀ ਪਿਊਰੀਫਿਕੇਸ਼ਨ ਲਈ ਬਹੁਤ ਅੱਛਾ ਮੰਨਿਆ ਜਾਂਦਾ। ਇਹ ਜਿਹੜੇ ਮਿਲਟਸ ਨੇ, ਇਹ ਜਿੱਥੇ ਵਧੀਆ ਫੂਡ ਨੇ, ਸੰਤੁਲਿਤ ਭੋਜਨ ਹੈ, ਉੱਥੇ ਇਹਨਾਂ 'ਚ ਦਵਾ ਗੁਣ ਵੀ ਨੇ, ਅਤੇ ਇਹ ਸਿਸਟਮ ਨੂੰ ਸਟਰੋਂਗ ਕਰਦੇ ਆ। ਕੁਛ ਨੇ ਜਿਹੜੇ ਬਲੱਡ ਨੂੰ ਸਟਰੋਂਗ ਕਰਦੇ ਆ, ਕੁਛ ਨੇ ਜਿਹੜੇ ਗੁਰਦਿਆਂ ਨੂੰ ਸਟਰੋਂਗ ਕਰਦੇ ਆ, ਕੋਈ ਲਿਵਰ ਨੂੰ ਸਟਰੋਂਗ ਕਰਦੇ ਆ, ਕੋਈ ਬ੍ਰੇਨ ਨੂੰ ਸਟਰੋਂਗ ਕਰਦੇ ਆ, ਕੋਈ ਰਿਪਰੋਡਕਟਿਵ ਸਿਸਟਮ ਨੂੰ ਸਟਰੋਂਗ ਕਰਦੇ ਆ। ਤਾਂ ਇਹਨਾਂ 'ਚ ਅਲੱਗ-ਅਲੱਗ ਗੁਣ ਨੇ ਸਾਰਿਆਂ 'ਚ। ਜਿਵੇਂ ਲਿਟਲ ਮਿਲਟ ਹੈ, ਕੁਟਕੀ ਜਿਹੜੀ ਹੈ ਇਸ ਕੰਮ ਲਈ ਨੋਨ ਹੈ ਕਿ ਗੁਰਦਿਆਂ ਨੂੰ ਅਤੇ ਰਿਪਰੋਡਕਟਿਵ ਸਿਸਟਮ ਨੂੰ ਜ਼ਿਆਦਾ ਵਧੀਆ ਕਰਦੀ ਹੈ। ਕੋਡੋ 'ਚ ਗੁਣ ਹੈ ਕਿ ਉਹ ਬਲੱਡ ਨੂੰ ਪਿਓਰ ਹੁੰਦਾ। ਲੇਕਿਨ ਅਸੀਂ ਇਕੱਲਾ ਨਹੀਂ ਖਾਣ ਨੂੰ ਕਹਿੰਦੇ, ਕਿਉਂਕਿ ਸਿਸਟਮ ਇੰਟੈਗਰੇਟਿਡ ਅੰਦਰੋਂ, ਸਿਸਟਮ ਇੱਕ ਦੂਜੇ ਨਾਲ ਜੁੜੇ ਹੋਏ ਆ। ਇਸੇ ਕਰਕੇ ਅਸੀਂ ਕਹਿੰਦੇ ਹਾਂ ਕਿ ਸਾਰੇ ਪੰਜੇ ਦੇ ਪੰਜੇ ਮਿਲਟ ਖਾਓ ਤਾਂ ਕਿ ਤੁਹਾਡਾ ਸਾਰਾ ਸਰੀਰ ਤੰਦਰੁਸਤ ਰਹੇ। ਲੇਕਿਨ ਜਿਹੜੀ ਬਿਮਾਰੀ ਹੁੰਦੀ ਹੈ
ਉਹਦੇ 'ਚ ਉਹ ਥੋੜ੍ਹਾ ਜ਼ਿਆਦਾ ਕਰ ਦਿੰਦੇ ਆ। ਇਹਦੇ 'ਚ ਕੁਟਕੀ ਥੋੜ੍ਹੀ ਜ਼ਿਆਦਾ ਕਰ ਦਿੰਦੇ ਆ ਅਸੀਂ। ਉਹ ਤਿੰਨ ਦਿਨ ਕਰ ਦਿੰਦੇ, ਬਾਕੀਆਂ ਨੂੰ ਇੱਕ ਦਿਨ ਕਰ ਦਿੰਦੇ ਆ। ਕੁਟਕੀ ਹਫਤੇ ਦੇ ਵਿੱਚ ਹਾਂ, ਤੇ ਬਾਕੀਆਂ ਨੂੰ ਇੱਕ ਦਿਨ ਕਰ ਦਿੰਦੇ। ਖਾਣੀ ਤਾਂ ਸਵੇਰੇ ਸ਼ਾਮ ਲੇਕਿਨ ਪਰ ਕੁਲਵੰਤ ਜੀ ਉਹਦੇ ਪਤਾ ਕੀ ਹੁੰਦਾ, ਜਿਹੜਾ UTI ਦਾ ਪੇਸ਼ੈਂਟ ਆਏਗਾ ਨਾ, ਉਹ ਇਕੱਲਾ UTI ਦਾ ਨਹੀਂ ਹੁੰਦਾ, ਬਹੁਤ ਵਾਰੀ ਉਹਦੇ ਨਾਲ BP ਵੀ ਹੋਏਗਾ, ਕੋਈ ਸ਼ੂਗਰ ਵੀ ਹੋਏਗੀ। ਇਸ ਕਰਕੇ ਇਕੱਲਾ ਇਹ ਫਾਰਮੂਲਾ ਨਹੀਂ ਫਿੱਟ ਹੋ ਸਕਦਾ ਇਹ 'ਚ, ਕਿਉਂਕਿ ਆਪਾਂ ਜੇ ਸਰੋਤੇ ਸੁਣਨ ਵਾਲੇ ਇਕੱਲੇ ਇਹ ਸੋਚਣਗੇ ਵੀ UTI ਤਾਂ ਮੈਂ ਹੁਣ ਕੁਟਕੀ ਇਕੱਲੀ ਖਾਣੀ ਹੈ, ਹੋ ਸਕਦਾ ਨਾਲ ਉਹਨੂੰ ਹੋਰ ਬਿਮਾਰੀ ਹੋਵੇ ਕੋਈ। ਸੋ ਉਹਦੇ 'ਚ ਸਾਨੂੰ ਬੈਲੈਂਸ ਕਰਨਾ ਪੈਂਦਾ ਫਿਰ, ਕਿਉਂਕਿ ਹੋ ਸਕਦਾ ਸ਼ੂਗਰ ਦਾ ਮਰੀਜ਼ ਹੋਵੇ, ਹੋ ਸਕਦਾ ਮਰੀਜ਼ ਜਿਹੜਾ UTI ਹੋਣ ਦਾ ਕਾਰਨ ਸ਼ੂਗਰ ਹੋਵੇ। ਉਹ ਸ਼ੂਗਰ ਬਿਲਕੁਲ, ਸ਼ੂਗਰ ਤਾਂ ਸਾਰੀਆਂ ਇਨਫੈਕਸ਼ਨਾਂ ਨੂੰ ਦਾ ਘਰ ਹੈ। ਸ਼ੂਗਰ ਦਾ ਜਿਹੜਾ ਮਰੀਜ਼ ਹੋਏਗਾ ਉਹਨੂੰ ਸਾਰੀਆਂ ਇਨਫੈਕਸ਼ਨਾਂ ਜ਼ਿਆਦਾ ਹੋਣਗੀਆਂ, ਉਹਨੂੰ ਚਮੜੀ ਦੀ ਵੀ ਵੱਧ ਹੋਊਗੀ, ਉਹਨੂੰ ਰਿਪਰੋਡਕਟਿਵ ਸਿਸਟਮ ਦੀ ਵੱਧ ਹੋਊਗੀ, ਉਹਨੂੰ ਗੁਰਦਿਆਂ ਦੀ ਵੀ ਵੱਧ ਹੋਏਗੀ, ਅੱਖਾਂ ਦੀ ਹਰ ਚੀਜ਼, ਹਰ ਇਨਫੈਕਸ਼ਨ ਉਹਨੂੰ ਜ਼ਿਆਦਾ ਹੁੰਦੀ ਹੈ। ਇਸ ਕਰਕੇ ਜੇ ਉਹਨੂੰ ਸ਼ੂਗਰ ਹੋਏਗੀ ਫਿਰ ਉਹਨੂੰ ਥੋੜ੍ਹਾ ਜਿਹਾ ਹੋਰ ਬੈਲੈਂਸ ਕਰਨਾ ਪਏਗਾ, ਹੋ ਸਕਦਾ ਉਹਨੂੰ ਨਾਲ BP ਵੀ ਹੋਵੇ। ਇਸ ਕਰਕੇ ਇਹ ਗੱਲ ਜਨਰਲ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ 5 ਮਿਲਟਸ ਨੇ, ਇਹ ਖਾਸ ਕਰਕੇ ਪੋਜ਼ੀਟਿਵ ਮਿਲਟ ਜਿਹਨੂੰ ਕਹਿੰਦੇ ਆ, ਇਹ ਮਿਲਟਸ ਜਿਹੜੇ ਨੇ ਬਹੁਤ ਹੀ ਹੈਲਦੀ ਫੂਡ ਨੇ, ਬਹੁਤ ਹੀ ਸੰਤੁਲਿਤ ਭੋਜਨ ਨੇ, ਔਰ ਨਾਲ ਦੀ ਨਾਲ ਦਵਾ ਨੇ ਇਹ। ਸੋ ਇਹਨਾਂ ਨੂੰ ਇਕੱਲਿਆਂ ਨੂੰ ਪਿਓਰ ਖਾਣਾ ਚਾਹੀਦਾ। ਬਹੁਤ ਸਾਰੇ ਜਿਹੜੇ ਪੇਸ਼ੈਂਟ ਨੇ ਸਾਡੀ ਗਲਤੀ ਇਹ ਕਰ ਰਹੇ ਆ ਕਿ ਉਹਨੂੰ ਮਿਕਸ ਕਰਕੇ ਖਾਂਦੇ ਆ, ਜਦ ਕਣਕ ਮਿਕਸ ਕਰ ਲੈਣਗੇ, ਉਹ ਸਾਡੀ ਉਸ ਕੋਸ਼ਿਸ਼ 'ਚ ਕਿ ਸਾਨੂੰ ਰੋਟੀ ਕਣਕ ਵਰਗੀ ਮਿਲ ਜੇ, ਤਾਂ ਅਸੀਂ ਉਹਦੇ ਫਿਰ ਫੂਡ ਤਾਂ ਹੋ ਜਾਏਗਾ, ਉਹ ਪੇਟ ਤਾਂ ਭਰ ਜਾਏਗਾ, ਲੇਕਿਨ ਉਹਦੇ ਦਵਾ ਗੁਣ ਜਿਹੜੇ ਨੇ ਉਹ ਨਹੀਂ ਮਿਲਣਗੇ। ਦਵਾ ਗੁਣ ਤਾਂ ਹੀ ਮਿਲਣਗੇ ਜੇ ਅਸੀਂ ਇਕੱਲੇ ਖਾਵਾਂਗੇ ਤਾਂ। ਸੋ ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਇਹਨਾਂ ਮਿਲਟਸ ਨੂੰ ਇਕੱਲੇ ਖਾਓ, ਪੰਜੇ ਖਾਓ, ਤਾਂ ਕਿ ਸਾਰਾ ਸਰੀਰ ਤੰਦਰੁਸਤ ਰਹੇ। ਔਰ ਉਹਦੇ 'ਚ ਇਹਨਾਂ ਨੂੰ ਜਿਹੜੀ ਤੰਦਰੁਸਤੀ ਦੇਣ 'ਚ ਮਿਲਟਸ ਦਾ ਬਹੁਤ ਵੱਡਾ ਰੋਲ ਹੈ, ਬਹੁਤ ਵੱਡਾ ਰੋਲ ਹੈ। ਅਸੀਂ ਕਿਉਂਕਿ ਸਾਡਾ ਸਟੈਪਲ ਫੂਡ ਹੈ, ਮੁੱਖ ਭੋਜਨ ਅਨਾਜ ਹੈ ਸਾਡਾ। ਤਾਂ ਇਸ ਕਰਕੇ ਅਨਾਜ ਜਿਹੜਾ ਹੈ ਉਹ ਤੁਹਾਨੂੰ ਤੰਦਰੁਸਤ ਰੱਖਣ 'ਚ ਬਹੁਤ ਵਧੀਆ ਰੋਲ ਪਲੇ ਕਰਦਾ। ਅਤੇ ਇਸ ਕਰਕੇ ਅਨਾਜ ਉਹ ਹੋਣਾ ਚਾਹੀਦਾ ਜਿਹੜਾ ਤੰਦਰੁਸਤੀ ਦੇਵੇ ਅਤੇ ਜਿਹੜਾ ਬਿਮਾਰ ਨੂੰ ਵੀ ਉੱਪਰ ਚੱਕ ਸਕੇ। ਇਹ 5 ਅਨਾਜ ਉਹ ਨੇ, 5 ਮਿਲਟਸ ਉਹ ਨੇ ਜਿਹੜੇ ਕਿ ਬਿਮਾਰ ਨੂੰ ਵੀ ਤੰਦਰੁਸਤ ਕਰ ਸਕਦੇ ਆ। ਅਤੇ ਇਹ ਗੁਣ ਸਿਰਫ ਇਹਨਾਂ ਪੰਜਾਂ ਅਨਾਜਾਂ 'ਚ ਹੀ ਨੇ। ਬਾਕੀ ਜਿਹੜੇ ਅਨਾਜ ਨੇ ਉਹ 'ਚ ਜਿਹੜੇ 2 ਅਨਾਜ ਨੇ, ਕਣਕ ਅਤੇ ਚੌਲ, ਇਹ ਤਾਂ ਬਿਮਾਰ ਕਰਨ ਵਾਲੇ ਅਨਾਜ ਨੇ ਦੋਨੋਂ। ਬਾਕੀ ਜਿਹੜੇ ਅਨਾਜ ਨੇ ਉਹ ਤੰਦਰੁਸਤ ਵਾਸਤੇ ਠੀਕ ਨੇ, ਲੇਕਿਨ ਬਿਮਾਰ ਨੂੰ ਉੱਪਰ ਰੱਖਣ ਵਾਸਤੇ ਨਹੀਂ ਉਹਨੇ ਵਧੀਆ। ਅਤੇ ਇਹ 5 ਅਨਾਜ ਜਿਹੜੇ ਨੇ ਰਿਸਰਚ ਹੋਈ ਹੈ, ਇਹ ਰਿਸਰਚ ਡਾਕਟਰ ਖਾਦਰਵਲੀ ਦੀ ਹੈ, ਕਿ ਉਹਨਾਂ ਦੇ ਨਾਂ ਤੋਂ ਬਿਨਾਂ ਆਪਾਂ ਗੱਲ ਜਿਹੜੀ ਹੈ ਉਹ ਅਧੂਰੀ ਰਹਿ ਜਾਏਗੀ। ਡਾਕਟਰ ਖਾਦਰਵਲੀ ਦੀ ਪਿਛਲੇ 25 ਸਾਲ ਦੀ ਜਿਹੜੀ ਰਿਸਰਚ ਹੈ ਉਹ ਸਾਨੂੰ ਬਹੁਤ ਹੀ ਇੱਕ ਜਿਹਨੂੰ ਕਹਿੰਦੇ ਵਰਦਾਨ ਬਣ ਕੇ ਮਿਲੀ ਹੈ, ਕਿ ਉਹਨਾਂ ਨੇ 25 ਸਾਲਾਂ 'ਚ ਇਹਨਾਂ ਮਿਲਟਸ ਦੇ ਉੱਪਰ ਇੰਨੀ ਰਿਸਰਚ ਕੀਤੀ ਹੈ ਕਿ ਉਹ ਕੱਲੀ ਗੱਲ ਇਹਨਾਂ ਦੀ ਜਿਹੜੀ ਹੈ ਉਹ ਜਾਣਦੇ ਆ। ਜਿੱਦਾਂ ਨਾ ਬੰਦਾ ਭੇਤੀ ਹੋ ਜਾਂਦਾ ਉਹਦੀ, ਹਾਂ ਉਹਦੇ ਜਿਹਨੂੰ ਕਹਿੰਦੇ ਆ ਮਿਲਟ ਮੈਨ ਹੈ, ਇੰਡੀਆ ਦਾ ਮਿਲਟ ਮੈਨ ਹੈ। ਤਾਂ ਉਹ ਉਹਨਾਂ ਨੇ ਜਿਹੜੀ 25 ਸਾਲ ਦੀ ਰਿਸਰਚ ਹੈ, ਉਹ ਏਡੀ ਕਮਾਲ ਦੀ ਰਿਸਰਚ ਹੈ ਕਿ ਉਹਨਾਂ ਨੇ ਕੱਲੇ ਮਿਲਟ ਨੂੰ ਕਿੱਦਾਂ ਉਗਾਉਣਾ ਹੈ, ਕੀ ਇਹ ਦਿੱਕਤਾਂ ਨੇ ਉਹਦੀਆਂ, ਕਿੰਨਾ ਪਾਣੀ ਮੰਗਦਾ ਹੈ, ਤੋਂ ਲੈ ਕੇ ਕਿਹੜੀਆਂ ਬਿਮਾਰੀਆਂ ਠੀਕ ਕਰਦੇ ਤੱਕ ਉਹਨਾਂ ਨੇ ਬਹੁਤ ਹੀ ਇੱਕ ਵਿਗਿਆਨੀ ਦੀ ਦੇ ਦ੍ਰਿਸ਼ਟੀਕੋਣ ਤੋਂ ਉਹਨੂੰ ਕੋਖਿਆ। ਔਰ ਉਹਨੇ ਕੋਖ ਕੇ ਸਾਨੂੰ ਬੜੇ ਸਿੰਪਲ ਢੰਗ 'ਚ ਦੇ ਦਿੱਤਾ। ਔਰ ਉਹ ਫਿਰ ਹੁਣ ਵੀ ਉਹ ਰਿਸਰਚ ਜਿਹੜੀ ਕਰਦੇ ਆ ਤਾਂ ਆਪਣੇ ਵੈਬਸਾਈਟ 'ਤੇ ਪਾਉਂਦੇ ਰਹਿੰਦੇ ਆ। ਉਹ ਇੰਨੇ ਭਲੇ ਪੁਰਸ਼ ਨੇ ਕਿ ਕਦੀ ਵੀ ਉਹ ਆਪਣੇ ਕੋਲ ਆਪਣੀ ਰਿਸਰਚ ਆਪਣੇ ਕੋਲ ਨਹੀਂ ਰੱਖਦੇ। ਜਿਹਦੇ ਨਾਲ ਉਹਨੂੰ ਨਵੀਂ ਗੱਲ ਪਤਾ ਲੱਗਦੀ ਹੈ, ਨਾਲ ਦੀ ਨਾਲ ਉਹ ਆਪਣੇ ਵੈਬਸਾਈਟ ਦੇ ਉੱਪਰ ਪਾ ਦਿੰਦੇ ਆ ਵੀ ਆਹ ਗੱਲ ਜਿਹੜੀ ਹੈ ਮੈਨੂੰ ਨਵੀਂ ਪਤਾ ਲੱਗੀ ਹੈ, ਇਹ ਗੱਲ ਤੁਸੀਂ ਸਾਰੇ ਵਰਤੋ। ਅਤੇ ਉਹਨਾਂ ਨੂੰ ਵਰਤ ਕੇ ਪੂਰੀ ਦੁਨੀਆ ਦੇ ਅੰਦਰ ਲੋਕ ਜਿਹੜੇ ਤੰਦਰੁਸਤ ਹੋ ਰਹੇ ਆ। ਸੋ ਇਹ ਮਿਲਟਸ ਜਿਹੜੇ ਨੇ ਬਹੁਤ ਹੀ ਤੰਦਰੁਸਤ ਅਨਾਜ ਨੇ, ਤੰਦਰੁਸਤੀ ਦੇਣ ਵਾਲੇ ਅਨਾਜ ਨੇ। ਸੋ ਮਿਲਟਸ ਨੂੰ ਅਡਾਪਟ ਕਰਨਾ, ਮਿਲਟਸ ਦੀ ਖੇਤੀ ਕਰਨਾ, ਮਿਲਟਸ ਨੂੰ ਆਪਣੇ ਫੂਡ ਕਲਚਰ ਦਾ ਹਿੱਸਾ ਬਣਾਉਣਾ, ਮੈਂ ਸਮਝਦਾ ਕਿ ਅੱਜ ਸਾਡੇ ਲਈ ਬਹੁਤ ਜ਼ਰੂਰੀ ਹੈ। ਔਰ ਪੰਜਾਬ 'ਚ ਖਾਸ ਕਰਕੇ ਜ਼ਰੂਰੀ ਹੈ, ਕਿਉਂਕਿ ਪੰਜਾਬ ਇਸ ਵੇਲੇ ਜਿਹਨੂੰ ਕਹਿੰਦੇ ਬਿਮਾਰੀਆਂ ਨਾਲ ਗ੍ਰਸਤ ਹੈ। ਸਾਡੇ ਘਰ 'ਚ ਬਿਮਾਰੀ ਵੜ ਚੁੱਕੀ ਹੈ। ਸਾਨੂੰ ਅੱਜ ਬਹੁਤ ਹੀ ਐਮਰਜੈਂਸੀ ਬੇਸਿਸ 'ਤੇ ਵਾਰ ਫੁੱਟਿੰਗ ਦੇ ਉੱਪਰ ਮਿਲਟਸ ਨੂੰ ਅਡਾਪਟ ਕਰਨਾ ਚਾਹੀਦਾ, ਔਰ ਮਿਲਟਸ ਨੂੰ ਅਡਾਪਟ ਕਰਕੇ ਸਾਨੂੰ ਤੰਦਰੁਸਤ ਹੋਣ ਦੇ ਰਸਤੇ ਪੈਣਾ ਚਾਹੀਦਾ। ਡਾਕਟਰ ਸਾਹਿਬ ਜੀ, ਆਪਾਂ ਇਹ ਗੱਲ ਨਾ ਕੀਤੀ ਤਾਂ ਸ਼ਾਇਦ ਮੈਨੂੰ ਲੱਗਦਾ ਦਰਸ਼ਕਾਂ ਦੇ ਮਨਾਂ ਦੇ ਵਿੱਚ ਵੀ ਸਵਾਲ ਆਉਣਾ, ਸ਼ਾਇਦ ਗੱਲ ਅਧੂਰੀ ਰਹਿ ਜਾਏਗੀ ਕਿ ਜਿਹੜਾ UTI ਇਨਫੈਕਸ਼ਨ ਹੈ, ਕੀ ਅੱਗੇ ਬੱਚੀਆਂ ਭੈਣਾਂ ਨੂੰ ਬੱਚਾ ਕਨਸੀਵ ਕਰਨ ਦੇ ਵਿੱਚ ਵੀ ਅੱਗੇ ਇਹ ਪ੍ਰੋਬਲਮ ਕਰਦਾ ਹੈਗਾ? ਇਹ ਬਿਲਕੁਲ ਕਰ ਸਕਦਾ ਹੈ, ਕਿਉਂਕਿ UTI ਅਗਰ ਹੋਏਗੀ ਤਾਂ ਤੁਹਾਡੇ ਗੁਆਂਢ 'ਚ ਹੀ ਫਿਰ ਨਾਲ ਤੁਹਾਡਾ ਰਿਪਰੋਡਕਟਿਵ ਸਿਸਟਮ ਵੀ ਪਿਆ ਨਾ, ਉਹ ਵਿੱਚੇ ਉਹ ਤੋਂ ਬਾਰ-ਬਾਰ ਰਿਪਰੋਡਕਟਿਵ ਸਿਸਟਮ ਦੀ ਇਨਫੈਕਸ਼ਨ ਵੀ ਹੋਣ ਦੇ ਨਾਲ ਚਾਂਸਸ ਹੋ ਜਾਣਗੇ। ਸੋ ਕਿਉਂਕਿ ਜੇਕਰ ਰਿਪਰੋਡਕਟਿਵ ਸਿਸਟਮ ਦੀ ਇਨਫੈਕਸ਼ਨ ਹੋਏਗੀ ਤਾਂ ਨਾਲੇ ਇੱਕ ਗੱਲ ਨਾ, ਜਿਹੜੀ UTI ਉਹਨੂੰ ਬਾਰ-ਬਾਰ ਅਗਰ ਹੋ ਰਹੀ ਹੈ, ਕਰੋਨਿਕ ਹੋ ਰਹੀ, ਤਾਂ ਇਹਦਾ ਮਤਲਬ ਇਮਿਊਨਿਟੀ ਲੋ ਹੈ। ਅਤੇ ਲੋ ਇਮਿਊਨਿਟੀ ਹੈ ਤਾਂ ਉਹੀ ਬੈਕਟੀਰੀਆ ਜਿਹੜੇ ਕਿ UTI 'ਚ ਨੇ, ਉਹੀ ਬੈਕਟੀਰੀਆ ਜਾ ਕੇ ਤੁਹਾਡੇ ਹੋਰ ਸਿਸਟਮ 'ਚ ਵੀ ਜੰਮਣਗੇ। ਜਦੋਂ ਆਪਾਂ ਸੈਪਟੀਸੀਮੀਆ ਦੀ ਗੱਲ ਕਰਦੇ ਹਾਂ ਕਿ ਬਲੱਡ 'ਚ ਜਾਂਦੇ ਹੋ, ਤਾਂ ਬਲੱਡ ਰਾਹੀਂ ਫਿਰ ਉਹ ਸਾਰੇ ਸਿਸਟਮਾਂ 'ਚ ਜਾਣਗੇ। ਅਤੇ ਅਗਰ ਰਿਪਰੋਡਕਟਿਵ ਸਿਸਟਮ 'ਚ ਜਾਣਗੇ ਤਾਂ ਉਹ ਵੀ ਕੁਦਰਤੀ ਗੱਲ ਹੈ ਕਿ ਉਹਦੀ ਬੱਚਾ ਪੈਦਾ ਹੋਣਾ ਔਖਾ ਹੋਣਾ। ਬਿਲਕੁਲ, ਬੱਚਾ ਪੈਦਾ ਹੋਣ ਦੀ ਦਿੱਕਤ ਵੀ ਆ ਸਕਦੀ ਹੈ, ਟਿਊਬਸ ਦੀ ਇਨਫੈਕਸ਼ਨ ਹੋ ਸਕਦੀ ਹੈ, ਰਿਪਰੋਡਕਟਿਵ ਟਰੈਕਟ ਦੀ ਇਨਫੈਕਸ਼ਨ ਹੋ ਸਕਦੀ ਹੈ, ਬਹੁਤ ਦਿੱਕਤਾਂ ਹੋ ਸਕਦੀਆਂ ਨੇ। ਇਸ ਕਰਕੇ UTI ਨੂੰ ਕਦੇ ਵੀ ਇਗਨੋਰ ਨਹੀਂ ਕਰਨਾ ਚਾਹੀਦਾ। ਜਦੋਂ ਤੁਹਾਨੂੰ ਸ਼ੱਕ ਪਵੇ ਕਿ ਮੈਨੂੰ ਕੋਈ ਕਰੋਨਿਕ ਇਨਫੈਕਸ਼ਨ ਲੱਗ ਰਹੀ ਹੈ, ਮੈਨੂੰ ਭੁੱਖ ਨਹੀਂ ਲੱਗ ਰਹੀ, ਮੈਨੂੰ ਕੋਈ ਥੱਕਿਆ ਰਹਿਣਾ, ਮੈਂ ਪਿਸ਼ਾਬ ਮਾੜਾ ਜਿਹਾ ਲੱਗ ਕੇ ਆ ਰਿਹਾ, ਤਾਂ ਪਹਿਲਾ ਕੰਮ ਹੀ ਕਰੋ ਯੂਰਿਨ ਕੰਪਲੀਟ ਐਗਜ਼ਾਮੀਨੇਸ਼ਨ।
ਸਸਤਾ ਸਰਵਿਸ ਹੈ। ਨਾਲ ਦੀ ਨਾਲ ਉਹ 'ਚ ਪਾਸੇ ਵਾਲਾ ਪਤਾ ਲੱਗ ਜਾਣਾ ਕਿ ਪਾਸੇ ਲਾ ਰਹੇ ਕਿ ਨਹੀਂ ਆ ਰਹੇ। ਜੇ 5 ਤੋਂ ਵੱਧ ਪੈਸੇ ਲਾ ਰਹੇ ਆ, 5 ਜਾਂ 5 ਤੋਂ ਵੱਧ ਆ ਰਹੇ ਤਾਂ ਸਮਝੋ ਕਿ ਤੁਹਾਨੂੰ ਟ੍ਰੀਟਮੈਂਟ ਦੀ ਲੋੜ ਹੈ। ਹਲਕੀ ਫੁਲਕੀ ਟ੍ਰੀਟਮੈਂਟ, ਐਂਟੀਬਾਇਓਟਿਕ ਖਾਣ ਦੀ ਲੋੜ ਹੀ ਨਹੀਂ ਪੈਂਦੀ। ਜਿਹੜੇ ਨਵੇਂ ਮਰੀਜ਼ ਆਉਂਦੇ ਆ ਅਸੀਂ ਉਹਨੂੰ ਐਂਟੀਬਾਇਓਟਿਕ ਨਹੀਂ ਦਿੰਦੇ, ਐਂਟੀਬਾਇਓਟਿਕ ਤਾਂ ਬੜੇ ਠੀਕ ਹੋ ਜਾਂਦੇ ਆ, ਔਰ ਹਰਬਲ ਨਾਲ ਠੀਕ ਹੋ ਜਾਂਦੇ ਆ। ਅੱਛਾ, ਹੁਣ ਆਪਾਂ ਇਹ ਗੱਲ ਕਰਤੀ ਵੀ ਇਲਾਜ ਆਪਾਂ ਨੇ ਕਰਤਾ, ਉਹਨਾਂ ਦੇ ਆਪਾਂ ਨੇ ਦੱਸਤਾ ਵੀ ਖਾਣਾ ਪੀਣਾ ਜਿਹੜਾ ਇਸ ਤਰ੍ਹਾਂ ਆਪਾਂ ਕਿਸ ਤਰ੍ਹਾਂ ਚੇਂਜ ਕਰਕੇ ਕਰ ਸਕਦੇ ਹਾਂ। ਐਲੋਪੈਥੀ ਦੇ ਜਿਹੜੇ ਲੈ ਰਹੇ ਨੇ ਪੇਸ਼ੈਂਟ ਉਹਨਾਂ ਨੂੰ ਵੀ ਐਲੋਪੈਥੀ ਦੇ ਨਾਲ ਨਾਲ ਆਪਾਂ ਨੇ ਜਿਹੜਾ ਹਰਬਲ ਜਿਹੜੀਆਂ ਚੀਜ਼ਾਂ ਦੇ ਕੇ ਉਹਨਾਂ ਨੂੰ ਕਹਿਤਾ, ਤੁਸੀਂ ਇਹ ਵੀ ਕਹਿਤਾ ਵੀ 10 ਦਿਨਾਂ ਦੇ ਵਿੱਚ ਜਿਹੜੀ ਇਹ ਚੀਜ਼ ਠੀਕ ਹੋ ਸਕਦੀ ਹੈ। ਪਰ ਸਵਾਲ ਇੱਥੇ ਪੈਦਾ ਹੁੰਦਾ ਕਿ ਕੀ ਇਹ ਦੁਬਾਰਾ ਆ ਜਾਏਗੀ ਜੇ ਆਪਾਂ ਇਸ ਤਰ੍ਹਾਂ ਵੀ ਕਰਾਂਗੇ, ਤੇ ਜੇ ਦੁਬਾਰਾ ਆ ਜਾਏਗੀ ਤਾਂ ਫਿਰ ਆਪਣੇ ਕੋਲ ਕੀ ਲਾਭ? ਜਲਦੀ ਨਹੀਂ ਆਉਂਦੀ। ਮੈਂ ਦੇਖਿਆ ਜਦੋਂ ਤੁਸੀਂ ਹਰਬਲ ਨਾਲ ਯੂਜ਼ ਕਰ ਲਿਆ ਨਾ, ਕਿਉਂ ਤੁਹਾਡੀ ਇਮਿਊਨਿਟੀ ਇੰਪਰੂਵ ਹੋ ਜਾਂਦੀ ਨਾ, ਤੁਹਾਡੀ ਜਿਹੜੀ ਓਵਰਆਲ ਇਮਿਊਨਿਟੀ ਹੈ ਇੰਪਰੂਵ ਹੋ ਜਾਂਦੀ ਜੀ। ਅਤੇ ਉਸ ਤੋਂ ਬਾਅਦ ਅਸੀਂ ਜੇ ਕੰਟੀਨਿਊ ਕਰੀਏ ਇਮਿਊਨਿਟੀ ਇੰਪਰੂਵਿੰਗ, ਜਿਹੜੇ ਬੰਦੇ ਨੂੰ ਡਾਈਟ ਅੱਛੀ ਦੇ ਦਈਏ, ਬੰਦੇ ਨੂੰ ਕੋਈ ਹੋਰ ਚੀਜ਼ਾਂ ਜਿਹੜਾ ਸਾਡਾ ਪੂਰਾ ਪ੍ਰੋਟੋਕੋਲ ਹੈ, ਇਮਿਊਨਿਟੀ ਪ੍ਰੋਟੋਕੋਲ ਹੈ, ਉਹ ਅਸੀਂ ਨੈੱਟ 'ਤੇ ਵੀ ਪਾਇਆ ਹੋਇਆ, ਸਾਰਾ ਉੱਪਰ ਗਰੁੱਪਾਂ 'ਚ ਪਾਇਆ ਹੋਇਆ ਕਿ ਸਾਡਾ ਜਿਹੜਾ ਇਮਿਊਨਿਟੀ ਪ੍ਰੋਟੋਕੋਲ ਹੈ ਉਹ ਬਹੁਤ ਐਸਾ ਵਧੀਆ ਕਿ ਜਦੋਂ ਤੁਸੀਂ ਉਹ ਖਾਣ ਲੱਗ ਜਾਓ ਤੁਹਾਨੂੰ ਕੋਈ ਵਾਇਰਸ ਕੋਈ ਬੈਕਟੀਰੀਆ ਟੱਚ ਨਹੀਂ ਕਰ ਸਕਦਾ। ਹਲਕਾ ਫੁਲਕਾ ਕਰੇਗਾ, 2 ਦਿਨ ਮਾੜਾ ਮੋਟਾ ਬੁਖਾਰ ਜਿਹਾ ਹੋਊਗਾ, ਜਦੋਂ ਤੁਸੀਂ ਘੋੜੇ ਵਰਗੇ ਹੋ ਜਾਓਗੇ। ਜੇ ਕਰੇਗਾ ਵੀ ਤਾਂ ਤੁਹਾਨੂੰ ਉਲਟਾ ਉਹ ਟੀਕਾਕਰਨ ਕਰ ਜਾਏਗਾ, ਤੁਹਾਨੂੰ ਹੋਰ ਥੋੜ੍ਹਾ ਜਿਹਾ ਉੱਪਰ ਚੱਕ ਕੇ ਜਾਏਗਾ। ਤੋ ਇਹ ਮੈਂ ਦੇਖਿਆ ਕਿ ਜਿੰਨੇ ਬੰਦੇ ਸਾਡੇ ਜੇ ਇਸ ਪ੍ਰੋਟੋਕੋਲ ਨੂੰ ਫੋਲੋ ਕਰਦੇ ਆ, ਉਹ UTI ਤੱਕ ਹੀ ਕੋਈ ਇਨਫੈਕਸ਼ਨ ਨਹੀਂ ਹੁੰਦੀ ਉਹਨਾਂ ਨੂੰ। ਹੈਪੇਟਾਈਟਿਸ B ਹੋਵੇ ਤਾਂ ਵੀ ਚਲਾ ਜਾਏਗਾ, C ਹੋਵੇ ਤਾਂ ਵੀ ਚਲਾ, HIV ਵੀ ਚੱਲ ਜਾਏਗਾ, HIV ਵੀ ਚਲਾ ਜਾਏਗਾ। HIV 'ਚ ਵੀ ਦਵਾਈਆਂ ਖਾਣ ਦੀ ਲੋੜ ਨਹੀਂ ਹੈ। HIV ਤੱਕ ਦੀ ਜਿਹੜੀ ਬਿਮਾਰੀ ਹੈ, ਜੇ ਤੁਸੀਂ ਇਮਿਊਨਿਟੀ ਇੰਪਰੂਵ ਕਰ ਦਿਓ, HIV ਉਹਨਾਂ 'ਚ ਵੀ ਬਿਮਾਰੀ ਹੈ ਜਿਹਨਾਂ 'ਚ ਤੁਹਾਡੀ ਇਮਿਊਨਿਟੀ ਠੀਕ ਨਹੀਂ ਹੈ। ਹੈਪੇਟਾਈਟਿਸ B ਤੇ C ਉਹਨਾਂ 'ਚ ਵੀ ਬਿਮਾਰੀ ਹੈ ਜਿਹਨਾਂ ਤੁਹਾਡੀ ਇਮਿਊਨਿਟੀ ਠੀਕ ਨਹੀਂ ਹੈ। ਜਦੋਂ ਤੁਸੀਂ ਇਮਿਊਨਿਟੀ ਨੂੰ ਕੰਡੇ 'ਤੇ ਕਰਤਾ, ਕੋਈ ਵਾਇਰਸ ਕੋਈ ਬੈਕਟੀਰੀਆ ਤੁਹਾਨੂੰ ਬਿਮਾਰ ਨਹੀਂ ਕਰ ਸਕਦਾ। ਤੁਹਾਡੇ ਅੰਦਰ ਫਿਰਨਗੇ, ਫਿਰੀ ਜਾਣ, ਤੁਹਾਨੂੰ ਕੁਝ ਨਹੀਂ ਕਰਨਗੇ, ਤੁਹਾਨੂੰ ਉਲਟਾ ਤੰਦਰੁਸਤ ਭਾਵੇਂ ਕਰ ਜਾਣ, ਬਿਮਾਰ ਨਹੀਂ ਕਰ ਸਕਦੇ ਹੋ। ਇਸ ਕਰਕੇ ਆਪਾਂ ਨੂੰ ਜਿਹੜਾ ਜ਼ਿਆਦਾ ਧਿਆਨ ਦੇਣਾ ਉਹ ਦੇਣਾ ਹੈ ਹੈਲਥ ਅਤੇ ਇਮਿਊਨਿਟੀ ਵੱਲ। ਅੱਜ ਦਾ ਯੁੱਗ ਹੈ ਜਿਹੜਾ ਕਰੋਨਾ ਦਾ ਯੁੱਗ ਹੈ, ਕਰੋਨਾ ਦੇ ਯੁੱਗ 'ਚ ਇੱਕੋ ਹੀ ਨਾਅਰਾ ਹੋਣਾ ਚਾਹੀਦਾ ਔਰ ਇੱਕੋ ਹੀ ਰਸਤਾ ਖੁੱਲ੍ਹਾ ਹੈ, ਉਹ ਹੈ ਸਾਡੀ ਇਮਿਊਨਿਟੀ ਦਾ। ਗੁੱਡ ਹੈਲਥ ਗੁੱਡ ਇਮਿਊਨਿਟੀ। ਸਾਨੂੰ ਇਹ ਆਪਣੇ ਕੰਟਰੀ 'ਚ ਇਹ ਸਲੋਗਨ ਦੇਣਾ ਚਾਹੀਦਾ ਕਿ ਗੁੱਡ ਹੈਲਥ ਗੁੱਡ ਇਮਿਊਨਿਟੀ। ਅੱਛੀ ਸਿਹਤ ਹੋਣੀ ਚਾਹੀਦੀ ਹੈ, ਅੱਛੀ ਇਮਿਊਨਿਟੀ ਹੋਣੀ ਚਾਹੀਦੀ ਹੈ। ਜੇ ਤੁਹਾਡੀ ਅੱਛੀ ਸਿਹਤ ਅੱਛੀ ਇਮਿਊਨਿਟੀ ਹੈ, ਕੁਛ ਨਹੀਂ, ਕੋਈ ਵਾਇਰਸ ਤੁਹਾਡਾ ਕੁਛ ਨਹੀਂ ਵਿਗਾੜ ਸਕਦੀ। ਜਿੰਨਾ ਮਰਜ਼ੀ ਕੋਈ ਮਰੀ ਜਾਣ ਲੋਕ, ਜਿੱਥੇ ਮਰਨਾ ਤੁਸੀਂ ਨਹੀਂ ਮਰੋਗੇ ਕਦੀ ਵੀ ਪ੍ਰੀ ਮੈਚੁਰ। ਇਸ ਕਰਕੇ ਇਹ ਚੈਲੰਜ ਹੈ ਮੇਰਾ ਕਿਸੇ ਨੂੰ ਵੀ, ਚਾਹੇ ਉਹ ਕਰੋਨਾ ਹੈ, ਚਾਹੇ ਉਹ HIV ਹੈ, ਚਾਹੇ ਉਹ ਹੈਪੇਟਾਈਟਿਸ B ਹੈ, ਚਾਹੇ C ਹੈ। ਕੋਈ ਬੰਦਾ ਜਿਹੜਾ ਹੈਲਦੀ ਪ੍ਰੋਟੋਕੋਲ ਅਡਾਪਟ ਕਰ ਲਏਗਾ ਡਾਈਟ ਦਾ ਅਤੇ ਹੈਲਦੀ ਹੋ ਜਾਏਗਾ, ਉਹਦਾ ਇਹ ਕੋਈ ਇਨਫੈਕਸ਼ਨ ਕੁਛ ਨਹੀਂ ਵਿਗਾੜ ਸਕਦੀ। ਡਾਕਟਰ ਸਾਹਿਬ, ਤੁਸੀਂ ਇੰਨੀ ਵਡਮੁੱਲੀ ਜਾਣਕਾਰੀ ਦਿੱਤੀ ਸਾਡੇ ਦਰਸ਼ਕਾਂ ਨੂੰ, ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸੋ ਸਾਨੂੰ ਡਾਕਟਰ ਅਮਰ ਸਿੰਘ ਆਜ਼ਾਦ ਜਿਨ੍ਹਾਂ ਨੇ UTI ਇਨਫੈਕਸ਼ਨ ਬਾਰੇ ਸਾਨੂੰ ਵਡਮੁੱਲੀ ਜਾਣਕਾਰੀ ਦਿੱਤੀ ਹੈ, ਸਾਨੂੰ ਦੱਸਿਆ ਕਿ ਕਿਸ ਤਰੀਕੇ ਦੇ ਨਾਲ UTI ਸਾਡੇ ਸਰੀਰ ਦੇ ਵਿੱਚ ਪ੍ਰਵੇਸ਼ ਹੁੰਦੀ ਹੈ। ਯੂਰਿਨ ਟਰੈਕ ਇਨਫੈਕਸ਼ਨ ਜਿਹੜੀ ਹੈ, ਉਹ ਯੂਰੀਟਰੀ ਟਰੈਕ ਇਨਫੈਕਸ਼ਨ ਜਿਹੜਾ ਉਹ ਸਾਨੂੰ ਹੁੰਦੀ ਹੈ, ਉਹ ਕਿਸ ਤਰ੍ਹਾਂ ਅੱਗੇ ਚੱਲ ਕੇ ਉਹਦਾ ਆਪਾਂ ਗਲਤ ਢੰਗ ਦੇ ਨਾਲ ਜਿਹੜਾ ਇਲਾਜ ਕਰੀ ਜਾਂਦੇ ਹਾਂ, ਅਤੇ ਜਦੋਂ ਉਹ ਕਰੋਨਿਕ ਪੋਜੀਸ਼ਨ 'ਚ ਪਹੁੰਚ ਜਾਂਦੀ ਹੈ ਅਤੇ ਫਿਰ ਉਹਦੇ ਅੱਗੇ ਕੀ ਨਤੀਜੇ ਨਿਕਲਦੇ ਨੇ, ਅਤੇ ਜਦੋਂ ਉਹ ਨਤੀਜਿਆਂ ਦੇ ਨਾਲ ਫਿਰ ਅੱਗੇ ਕਿਹੜੇ ਅੰਗ ਸਾਡੇ ਖਰਾਬ ਹੋ ਸਕਦੇ ਨੇ, ਇੱਥੋਂ ਤੱਕ ਕਿ ਬੱਚਾ ਪੈਦਾ ਕਰਨ ਤੱਕ ਦੀ ਜਿਹੜੀ ਆ ਉਹ ਵੀ ਜਿਹੜਾ ਸਾਡੇ ਅੰਦਰ ਜਿਹੜੀ ਆ ਉਹ ਸਮਰੱਥਾ ਬਿਲਕੁਲ ਬੰਦ ਹੋ ਜਾਂਦੀ ਹੈ। ਅਤੇ ਉਹਦਾ ਇਲਾਜ ਫਿਰ ਅੱਗੇ ਡਾਕਟਰ ਅਮਰ ਸਿੰਘ ਆਜ਼ਾਦ ਹੋਣਾ ਦੇ ਮੁਤਾਬਕ ਜਿਹੜਾ ਉਹ ਹਰਬਲ ਆਯੁਰਵੇਦ ਦੇ ਤਰੀਕੇ ਨਾਲ, ਅਤੇ ਅਸੀਂ ਜਿਹੜੀ ਆਪਣੀ ਖਾਣ ਪਾਣ ਨੂੰ ਜਿਹੜਾ ਵਧੀਆ ਢੰਗ ਦੇ ਨਾਲ ਬਦਲ ਕੇ ਇਮਿਊਨਿਟੀ ਨੂੰ ਬੂਸਟ ਕਰਕੇ ਆਪਾਂ ਉਸ ਨੂੰ ਬੜੇ ਸਹਿਜ ਤਰੀਕੇ ਨਾਲ ਕਰ ਸਕਦੇ ਹਾਂ। ਅਤੇ ਇਹਨਾਂ ਦਾ ਕਹਿਣਾ ਹੈ ਕਿ 10 ਦਿਨ ਦੇ ਵਿੱਚ ਜਿਹੜੀ ਹੈ ਉਹ UTI ਉਹ ਚਲੀ ਜਾਂਦੀ ਹੈ, ਅਤੇ ਜੇਕਰ ਉਹ ਪ੍ਰੋਟੋਕੋਲ ਨੂੰ ਫੋਲੋ ਕੀਤਾ ਜਾਵੇ ਤਾਂ ਫਿਰ ਉਹ ਜਲਦੀ ਵਾਪਸ ਨਹੀਂ ਆਉਂਦੀ, ਅਤੇ ਜੇ ਆਉਂਦੀ ਵੀ ਹੈ ਤਾਂ ਫਿਰ ਆਪਾਂ ਨੂੰ ਥੋੜ੍ਹਾ ਜਿਹਾ ਟੱਚ ਕਰਕੇ ਫਿਰ ਉਹ ਨਿਕਲ ਜਾਂਦੀ ਹੈ, ਦੁਬਾਰਾ ਉਹ ਨਹੀਂ ਆਉਂਦੀ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ, ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ 'ਚ ਜ਼ਰੂਰ ਦੇਣਾ। ਜੇਕਰ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਇਸ ਦਾ ਫਾਇਦਾ ਸਾਰਿਆਂ ਨੂੰ ਹੋ ਸਕੇ। ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।